ਸਾਹਿਬ ਮਹਾਰਾਜ ਜੀ ਵੱਖ-ਵੱਖ ਇਲਾਕਿਆਂ ਦੇ ਵਿੱਚ ਵਿਚਰਦਿਆਂ ਹੋਇਆਂ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਇਹ ਸਿਧਾਂਤ ਦ੍ਰਿੜ ਕਰਵਾਉਂਦਿਆਂ ਹੋਇਆਂ ਹਰ ਘਰ ਦੇ ਅੰਦਰ ਪਰਮੇਸ਼ਵਰ ਦੀ ਸਿਫਤ ਸਲਾਹ ਹੋਵੇ, ਇਹ ਉਪਦੇਸ਼ ਦਿੰਦਿਆਂ ਹੋਇਆਂ ਮਹਾਰਾਜ ਜੀ ਇੱਕ ਵਾਰ ਫਿਰ ਅਹਿਮਦਾਬਾਦ ਪਹੁੰਚੇ ਹਨ, ਜਿੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਪਰਮ ਪਿਆਰੇ ਸੇਵਕ ਭਾਈ ਲਾਲੋ ਜੀ ਨੂੰ ਮਿਲੇ ਹਨ। ਉੱਥੇ ਗੁਰੂ ਸਾਹਿਬ ਮਹਾਰਾਜ ਜੀ ਨੇ ਤਿਲੰਗ ਰਾਗ ਦੇ ਵਿੱਚ ਪਾਵਨ ਸ਼ਬਦ ਉਚਾਰਨ ਕੀਤਾ, ਜੋ ਆਉਣ ਵਾਲੇ ਸਮੇਂ ਦੇ ਵਿੱਚ ਵਾਪਰਨਾ ਹੈ। ਵਾਪਰਨ ਦਾ ਮਤਲਬ ਜੋ ਕੀਤੇ ਹੋਏ ਕਰਮ ਦਾ ਫਲ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਬਾਬਰ ਦੇ ਰਾਹੀਂ ਮਿਲਣਾ ਹੈ, ਉਹਦਾ ਜ਼ਿਕਰ ਗੁਰੂ ਮਹਾਰਾਜ ਜੀ ਨੇ ਕੀਤਾ ਹੈ। ਜਿਸ ਪਾਵਨ ਸ਼ਬਦ ਦੇ ਵਿੱਚੋਂ ਪਾਵਨ ਪੰਕਤੀਆਂ ਦੀ ਵਿਚਾਰ ਕੱਲ੍ਹ ਆਪ ਜੀ ਨੇ ਸਰਵਨ ਕੀਤੀ ਸੀ, ਜਿਹਦੀ ਆਰੰਭਤਾ ਮਹਾਰਾਜ ਨੇ ਕੀਤੀ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ। ਸਾਹਿਬ ਜੀ ਕਹਿੰਦੇ, ਜਿਸ ਤਰ੍ਹਾਂ ਖਸਮ ਦੀ ਬਾਣੀ ਧੁਰ ਤੋਂ ਆਈ ਹੈ, ਤੈਸੜਾ ਗਿਆਨ ਕਰੀ ਵੇ ਲਾਲੋ। ਵੇ ਲਾਲੋ ਦਾ ਮਤਲਬ ਹੈ ਕਿ ਉਸ ਵੇਲੇ ਜੋ ਸਨਮੁਖ ਭਾਈ ਲਾਲੋ ਜੀ ਬੈਠੇ ਨੇ, ਉਹ ਦੱਸ ਰਹੇ ਨੇ ਕਿ ਤੈਸੜਾ ਦਾ ਅਰਥ ਹੁੰਦਾ ਵੀ ਜਿਸ ਤਰ੍ਹਾਂ ਦੇ ਪਾਵਨ ਬੋਲ ਆਏ ਨੇ, ਉਸੇ ਤਰ੍ਹਾਂ ਹੀ ਹੂ ਬਹੂ ਉਹ ਗਿਆਨ ਦੇ ਰੂਪ ਵਿੱਚ ਗੁਰੂ ਸਾਹਿਬ ਜੀ ਨੇ ਪੇਸ਼ ਕੀਤੇ ਨੇ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਖਸਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਹੈ। ਤੈਸੜਾ ਗਿਆਨ ਕਰੀ ਵੇ ਲਾਲੋ, ਤੈਸੜਾ ਦਾ ਮਤਲਬ ਹੂ ਬਹੂ ਉਸੇ ਤਰ੍ਹਾਂ ਹੀ। ਇਹ ਪਾਵਨ ਸ਼ਬਦ ਹੈ ਜਿਹਦੇ ਵਿੱਚ ਬਾਰ-ਬਾਰ ਗੁਰੂ ਸਾਹਿਬ ਜੀ ਭਾਈ ਲਾਲੋ ਜੀ ਨੂੰ ਸੰਬੋਧਨ ਹੁੰਦੇ ਨੇ। ਆਪ ਜੀ ਨੇ ਇੱਥੋਂ ਤੱਕ ਵਿਚਾਰ ਨੂੰ ਸਰਵਨ ਕੀਤਾ ਕਿ ਖੂਨ ਕੇ ਸੋਹਲੇ ਗਾਵੀਐ ਨਾਨਕ। ਇਹ ਪਾਵਨ ਬਚਨਾਂ ਦੀ ਵਿਚਾਰ ਸਰਵਨ ਕੀਤੀ। ਨਾਨਕ ਜੀ ਜੋ ਕਹਿ ਰਹੇ ਨੇ, ਇਸ ਤੋਂ ਅਗਲੇ ਬਚਨਾਂ ਵਿੱਚ ਕੀ ਸਮਝਾਉਂਦੇ ਆ, ਬੜੇ ਪਿਆਰ ਸਤਿਕਾਰ ਦੇ ਨਾਲ ਸਰਵਨ ਕਰੀਏ ਜੀ। ਸਾਹਿਬ ਕੇ ਗੁਣ ਨਾਨਕ ਗਾਵੇ, ਮਾਸਪੁਰੀ ਵਿੱਚ ਆਖ ਮਸੋਲਾ। ਸਤਿਗੁਰੂ ਮਹਾਰਾਜ ਜੀ ਨੇ ਜੋ ਮਾਹੌਲ ਬਿਆਨ ਕੀਤਾ ਹੈ ਕਿ ਜੋ ਉਸ ਵੇਲੇ ਦੇ ਹਾਲਾਤ ਜਿਹੜੇ ਨੇ ਬਣਨੇ ਨੇ, ਇੱਕ ਜੰਮ ਦੇ ਰੂਪ ਦੇ ਵਿੱਚ ਜੋ ਬਾਬਰ ਨੇ ਚੜ੍ਹ ਕੇ ਆਉਣਾ ਹੈ, ਉਸ ਦੌਰਾਨ ਜੋ ਕੁਝ ਵਾਪਰਨਾ ਹੈ, ਪਰ ਉਸ ਸਭ ਕੁਝ ਵਾਪਰਨ ਦੇ ਬਾਵਜੂਦ ਵੀ ਸਾਹਿਬ ਕੇ ਗੁਣ ਨਾਨਕ ਗਾਵੇ। ਨਾਨਕ ਜੀ ਕਹਿੰਦੇ ਆ ਵੀ ਮੈਂ ਫਿਰ ਵੀ ਉਸ ਸਾਹਿਬ ਦੇ ਹੀ ਗੁਣ ਗਾਉਣਾ ਹਾਂ, ਉਸ ਅਕਾਲ ਪੁਰਖ ਦੇ ਹੀ ਗੁਣ ਗਾਉਣਾ ਹਾਂ। ਮਾਸਪੁਰੀ ਵਿੱਚ ਆਖ ਮਸੋਲਾ। ਸਾਹਿਬ ਜੀ ਕਹਿੰਦੇ ਮਸੋਲਾ ਦਾ ਅਰਥ ਹੈ ਮੁੱਕ ਦੀ ਗੱਲ, ਵੀ ਜਿਹੜੀ ਅਸਲ ਵਿੱਚ ਇਹ ਗੱਲ ਹੈ, ਤੱਤ ਦੀ ਗੱਲ ਕਹਿ ਲਓ, ਅਸਲੀਅਤ ਕਹਿ ਲਓ। ਇਹ ਅਸਲੀਅਤ ਇਹ ਹੈ ਕਿ ਇਹ ਜਿਹੜਾ ਇਸ ਵੇਲੇ ਇਲਾਕਾ ਹੈ, ਇਹ ਮਾਸਪੁਰੀ ਬਣ ਜਾਏਗਾ। ਮਾਸਪੁਰੀ ਦਾ ਅਰਥ ਹੈ ਵੀ ਇੱਥੇ ਮਾਸ ਦੇ ਟੁਕੜੇ ਹੀ ਟੁਕੜੇ ਜਿਹੜੇ ਨੇ ਉਹ ਨਜ਼ਰੀ ਆਵਣਗੇ। ਪਰ ਇੱਕ ਸਾਨੂੰ ਬਚਨ ਬਾਣੀ ਵਿੱਚ ਬਖਸ਼ਿਆ ਕਿ ਭਾਵੇਂ ਦੁੱਖ ਦਾ ਸਮਾਂ ਆ ਜਾਏ, ਭਾਵੇਂ ਸੁੱਖ ਦਾ ਆ ਜਾਏ, ਅਸੀਂ ਕੇਵਲ ਪਰਮੇਸ਼ਵਰ ਦੇ ਨਾਮ ਨੂੰ ਹੀ ਧਿਆਉਣਾ ਹੈ, ਉਹਦੇ ਭਾਣੇ ਵਿੱਚ ਚੱਲਣਾ ਹੈ। ਕਿਉਂਕਿ ਜੇ ਦੁੱਖ ਆਉਂਦਾ ਹੈ ਤਾਂ ਵੀ ਸਾਡੇ ਕਰਮ ਨੇ, ਜੇ ਸੁੱਖ ਆਉਂਦਾ ਹੈ ਤਾਂ ਵੀ ਸਾਡੇ ਹੀ ਕਰਮ ਨੇ। ਕਰਮ ਤੋਂ ਬਗੈਰ ਨਾ ਦੁੱਖ ਹੈ ਤੇ ਨਾ ਸੁੱਖ ਹੈ। ਇਸ ਲਈ ਸਤਿਗੁਰੂ ਮਹਾਰਾਜ ਨੇ ਆਖਿਆ ਅਸੀਂ ਉਸ ਅਵਸਥਾ ਵਿੱਚ ਜਿਉਣਾ, ਜਿਸ ਅਵਸਥਾ ਵਿੱਚ ਅਸੀਂ ਇਹ ਕਹਿ ਸਕੀਏ ਕਿ ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝ ਹੈ ਧਿਆਈ। ਵੀ ਮਹਾਰਾਜ ਜੀ ਸੁੱਖ ਹੈ ਤਾਂ ਵੀ ਤੁਹਾਨੂੰ ਧਿਆਉਣਾ ਹੈ, ਜੇ ਦੁੱਖ ਹੈ ਤਾਂ ਵੀ ਤੁਹਾਨੂੰ ਧਿਆਉਣਾ ਹੈ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਆ ਵੀ ਇਹ ਬਿਲਕੁਲ ਸੱਚ ਹੈ ਕਿ ਇੱਕ ਦਿਨ ਇਸ ਪੁਰੀ ਨੇ ਮਾਸ ਪੂਰੀ ਬਣ ਜਾਣਾ ਹੈ। ਭਾਵ ਕਿ ਐਸਾ ਕਹਿਰ ਇੱਥੇ ਮਚਣਾ ਹੈ ਕਿ ਚਾਰ ਛਪੇਰੇ ਮਾਸ ਦੇ ਟੁਕੜੇ ਹੀ ਨਜ਼ਰ ਆਉਣੇ ਆ। ਇੰਨਾ ਕੁਝ ਵਰਤਣਾ ਹੈ, ਪਰ ਸਾਹਿਬ ਕੇ ਗੁਣ ਨਾਨਕ ਗਾਵੇ। ਪਰ ਨਾਨਕ ਜੀ ਕਹਿੰਦੇ ਮੈਂ ਫਿਰ ਵੀ ਉਸ ਸਾਹਿਬ ਦੇ ਗੁਣ ਜਿਹੜੇ ਆ ਉਹ ਗਾਉਂਦਾ ਹਾਂ। ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੈ ਵਖ ਕਿਲਾ। ਜਿਨ ਉਪਾਈ, ਜਿਹਨੇ ਇਹ ਸਾਰੀ ਸ੍ਰਿਸ਼ਟੀ ਦੀ ਜਿਹੜੀ ਆ ਉਹ ਰਚਨਾ ਰਚੀ ਹੈ, ਜਿਹਨੇ ਇਹ ਸਾਰੇ ਦੇ ਸਾਰੇ ਜੀਵ ਪੈਦਾ ਕੀਤੇ ਨੇ, ਇਹ ਸਾਰੇ ਜੀਵ ਪੈਦਾ ਕਰਕੇ ਉਸ ਅਕਾਲ ਪੁਰਖ ਜੀ ਨੇ ਇਹ ਸਾਰੇ ਜਿਹੜੇ ਕੌਤਕ ਨੇ, ਚੋਜ ਨੇ, ਤਮਾਸ਼ੇ ਨੇ, ਇਹ ਉਸ ਮਾਲਕ ਨੇ ਆਪ ਹੀ ਜਿਹੜੇ ਨੇ ਇਹ ਰਚੇ ਨੇ। ਪਰ ਸਭ ਕੁਝ ਰਚ ਕੇ ਕੀ ਹੈ, ਬੈਠਾ ਵੇਖੈ ਵੱਖ ਅਕੇਲਾ। ਉਹ ਸਾਰਿਆਂ ਦੇ ਵਿੱਚ ਮੌਜੂਦ ਹੋ ਕੇ ਵੀ ਸਾਰਿਆਂ ਦੇ ਵਿੱਚੋਂ ਵੱਖ ਹੋ ਕੇ ਉਹ ਦੇਖ ਰਿਹਾ ਹੈ ਕਿ ਜਿਹੜੀ ਇਹ ਖੇਡ ਸੰਸਾਰ ਦੀ ਬਣਾਈ ਆ, ਜਿਹੜਾ ਇਹ ਕੌਤਕ ਸੰਸਾਰ ਦਾ ਰਚਿਆ, ਜਿਹੜਾ ਇਹ ਤਮਾਸ਼ਾ ਜਿਹੜਾ ਜਗਤ ਦਾ ਹੈ, ਇਹਦੇ ਵਿੱਚ ਕਿਹੜਾ ਮਾਇਆ ਦੇ ਮੋਹ ਵਿੱਚ ਹੈ ਤੇ ਕਿਹੜਾ ਮਾਇਆ ਦੇ ਮੋਹ ਵਿੱਚੋਂ ਨਿਕਲ ਗਿਆ। ਮਾਲਕ ਨੇ ਖੇਡ ਬਣਾ ਕੇ ਜਿਹੜੀ ਆ ਉਹ ਦੇ ਦਿੱਤੀ ਆ। ਅਸੀਂ ਉਸ ਖੇਡ ਦੇ ਰੂਲ ਸਮਝਣੇ ਨੇ, ਅਸੀਂ ਉਸ ਖੇਡ ਦੇ ਰੂਲ ਸਮਝ ਕੇ ਉਸ ਖੇਡ ਨੂੰ ਅਸੀਂ ਜਿੱਤਣਾ ਹੈ, ਹਾਰ ਕੇ ਨਹੀਂ ਜਾਣਾ। ਤੇ ਦੋ ਹੀ ਜੀਵਨ ਨੇ ਸੰਸਾਰ ਵਿੱਚ, ਦੋ ਟੀਮਾਂ ਜਦੋਂ ਖਿਡਾਰੀ ਆਪਸ ਵਿੱਚ ਖੇਡਦੇ ਆ, ਇੱਕ ਜਿੱਤਦਾ ਤੇ ਇੱਕ ਹਾਰਦਾ ਹੈ। ਦੋਵੇਂ ਕਦੇ ਜਿੱਤਦੇ ਨਹੀਂ ਤੇ ਦੋਵੇਂ ਕਦੇ ਹਾਰਦੇ ਨਹੀਂ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਇਹ ਜ਼ਿੰਦਗੀ ਦੀ ਖੇਡ ਹੈ, ਇਹਦੇ ਵਿੱਚ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜਿਉ। ਮਨਮੁਖ ਹਾਰ ਗਿਆ ਤੇ ਗੁਰਮੁਖ ਜ਼ਿੰਦਗੀ ਦੀ ਬਾਜੀ ਜਿੱਤ ਗਿਆ। ਹੁਣ ਗੁਰਮੁਖ ਕਿਉਂ ਜਿੱਤਿਆ? ਕਿਉਂਕਿ ਉਹਨੇ ਗੁਰੂ ਦੇ ਰਾਹੀਂ ਉਸ ਰੂਲ ਨੂੰ ਸਮਝ ਲਿਆ। ਉਹਨੇ ਇਸ ਜਗਤ ਦੇ ਤਮਾਸ਼ੇ ਦੀ ਖੇਡ ਜਿਹੜੀ ਆ ਇਹ ਸਮਝ ਲਈ ਕਿ ਇਸ ਨਾਲ ਅਸੀਂ ਜੁੜਨਾ ਜ਼ਰੂਰ ਹੈ, ਪਰ ਇਹਦੇ ਨਾਲ ਅਸੀਂ ਮੋਹ ਨਹੀਂ ਪਾਉਣਾ। ਕਿਉਂਕਿ ਮੋਹ ਇੱਕ ਉਹ ਦਲਦਲ ਹੈ ਜਿਹਦੇ ਵਿੱਚ ਇੱਕ ਵਾਰੀ ਪੈਰ ਧੱਸ ਜਾਏ ਤੇ ਨਿਕਲਣਾ ਔਖਾ ਹੈ। ਮੋਹ ਉਹ ਜੰਜੀਰਾਂ ਨੇ ਜਿਹੜੀਆਂ ਜਿਹਦੇ ਵਿੱਚ ਇੱਕ ਵਾਰੀ ਜਕੜਿਆ ਜਾਏ ਤੇ ਮੁੜ ਕੇ ਨਿਕਲਣਾ ਬੜਾ ਔਖਾ ਹੈ। ਇਸ ਲਈ ਇਹ ਸੰਸਾਰ ਦੀ ਖੇਡ ਨੂੰ ਆਪਾਂ ਕਿਵੇਂ ਸਮਝਣਾ ਹੈ? ਸਭ ਤੋਂ ਪਹਿਲੇ ਤੇ ਇਹ ਸਮਝਣਾ ਹੈ ਕਿ ਇਹ ਸੰਸਾਰ ਜਿਹੜਾ ਇਹਦੀ ਪ੍ਰੀਤ ਝੂਠੀ ਹੈ, ਇਹ ਜਗਤ ਝੂਠਾ ਹੈ, ਇਹ ਨਾਸ਼ਵੰਤ ਹੈ। ਜਦੋਂ ਇਹ ਅਸੀਂ ਸਮਝ ਕੇ ਚੱਲਾਂਗੇ ਤੇ ਮਹਾਰਾਜ ਜੀ ਕਹਿੰਦੇ ਆ ਤੈਨੂੰ ਆਪਣਾ ਆਪਾ ਸਮਰਪਣ ਕਰਨਾ ਪਏਗਾ। ਜੇ ਤੂੰ ਇਹ ਖੇਡ, ਅਸੀਂ ਖੇਡ ਖੇਡਣ ਲੱਗ ਪਏ ਹੰਕਾਰ ਦੀ, ਪਰ ਜਿਹੜੀ ਖੇਡ ਆਪਾਂ ਖੇਡ ਕੇ ਜ਼ਿੰਦਗੀ ਦੀ ਬਾਜੀ ਜਿੱਤਣੀ ਸੀ ਉਹ ਸੀ ਪ੍ਰੇਮ ਦੀ। ਜਾਓ ਤਾਓ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਸਤਿਗੁਰੂ ਗੁਰੂ ਮਹਾਰਾਜ ਜੀ ਇੱਥੇ ਸਮਝਾਉਂਦੇ ਨੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਸਾਰੀ ਦੀ ਸਾਰੀ ਸ੍ਰਿਸ਼ਟੀ ਰਚੀ ਹੈ। ਜਿਸ ਨੇ ਇਹ ਸ੍ਰਿਸ਼ਟੀ ਰਚੀ, ਜਿਹੜਾ ਇਹ ਸੰਸਾਰ ਵਿੱਚ ਕਹਿੰਦੇ ਨੇ ਖੇਡ ਬਣਾਈ, ਉਹ ਖੇਡ ਬਣਾ ਕੇ ਵੱਖ ਹੋ ਕੇ ਉਸ ਖੇਡ ਨੂੰ ਆਪ ਵੇਖ ਰਿਹਾ ਹੈ।
ਕਿ ਕਿਹੜਾ ਗੁਰਮੁਖ ਬਣ ਕੇ ਜ਼ਿੰਦਗੀ ਦੀ ਬਾਜੀ ਜਿੱਤ ਰਿਹਾ ਤੇ ਕਿਹੜਾ ਮਨਮੁਖ ਬਣ ਕੇ ਇਸ ਜ਼ਿੰਦਗੀ ਦੀ ਬਾਜੀ ਨੂੰ ਹਾਰ ਰਿਹਾ ਹੈ, ਕਿਹੜਾ ਉਹਦੇ ਭਾਣੇ ਵਿੱਚ ਤੁਰ ਰਿਹਾ ਤੇ ਕਿਹੜਾ ਉਹਦੇ ਭਾਣੇ ਤੋਂ ਬਾਹਰ ਹੋ ਕੇ ਚੱਲ ਰਿਹਾ ਹੈ। ਉਹ ਵੱਖ ਹੋ ਕੇ ਆਪ ਇਹ ਸਾਰੀ ਖੇਡ ਵਾਹਿਗੁਰੂ ਜੀ ਵੇਖਦੇ ਹਨ। ਸੱਚਾ ਸੋ ਸਾਹਿਬ ਸੱਚ ਤਪਾਵਸ, ਸੱਚੜਾ ਨਿਆਓ ਕਰੇ ਗਮਸੋਲਾ। ਕਹਿਣ ਲੱਗੇ ਉਹ ਸੱਚਾ ਹੈ, ਉਹ ਸਾਹਿਬ ਸੱਚਾ ਹੈ, ਔਰ ਉਹਦਾ ਨਿਆਂ ਸੱਚਾ ਹੈ, ਇਨਸਾਫ ਸੱਚਾ ਹੈ। ਉਹ ਵੱਖ ਹੋ ਕੇ ਤਾਂ ਦੇਖ ਰਿਹਾ ਤਾਂ ਕਿ ਇਨਸਾਫ ਕਰ ਸਕੇ ਕਿ ਕਿਹੜਾ ਸੰਸਾਰ ਦੇ ਵਿੱਚ ਮਾੜਾ ਹੈ ਤੇ ਕਿਹੜਾ ਚੰਗਾ ਹੈ, ਕਿਨੇ ਚੰਗਾ ਬੀਜ ਬੀਜਿਆ ਤੇ ਕਿਨੇ ਮਾੜਾ ਬੀਜ ਬੀਜਿਆ, ਕਿਨੇ ਮਾੜੇ ਕਰਮ ਕੀਤੇ ਆ ਕਿਨੇ ਚੰਗੇ ਕੀਤੇ ਆ। ਇਹ ਫੈਸਲਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਕਰਨਾ ਹੈ। ਇਸ ਲਈ ਉਹਦੇ ਘਰ ਦੇ ਵਿੱਚ ਸਦਾ ਨਿਆਂ ਹੈ, ਸਦਾ ਉਹਦੇ ਘਰ ਦੇ ਵਿੱਚ ਇਨਸਾਫ ਹੈ, ਕਿਉਂਕਿ ਉਹਦਾ ਦਰਬਾਰ ਸੱਚਾ ਹੈ, ਉਹ ਆਪ ਸਾਹਿਬ ਸੱਚਾ ਹੈ। ਜੇ ਦਰਬਾਰ ਝੂਠਾ ਹੋਏਗਾ ਤੇ ਦਰਬਾਰ ਵਿੱਚ ਬੈਠੇ ਹੋਏ ਵੀ ਤਾਂ ਝੂਠੇ ਹੀ ਹੋਣਗੇ, ਉੱਥੇ ਤਾਂ ਗਵਾਹੀਆਂ ਵੀ ਫਿਰ ਝੂਠੀਆਂ ਹੀ ਹੋਣਗੀਆਂ। ਪਰ ਜਿਹੜਾ ਦਰਬਾਰ ਸੱਚਾ ਹੈ, ਦਰਬਾਰ ਵਿੱਚ ਬੈਠਾ ਸੱਚਾ ਹੈ, ਉੱਥੇ ਕਦੇ ਝੂਠੀ ਗਵਾਹੀ ਨਹੀਂ ਚੱਲ ਸਕਦੀ। ਇਸ ਲਈ ਸਾਹਿਬ ਜੀ ਕਹਿੰਦੇ ਉਹ ਜਿਹੜਾ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਕੇ ਆਪ ਸਭ ਕੁਝ ਵੇਖ ਰਿਹਾ ਤੇ ਉਹਦੇ ਘਰ ਵਿੱਚ ਇਨਸਾਫ ਵੀ ਸੱਚਾ ਹੈ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਮੰਦਾ ਹੈ ਤਾਂ ਵੀ ਅਸੀਂ ਆਪ ਭੁਗਣਾ, ਚੰਗਾ ਹੈ ਤਾਂ ਵੀ ਅਸੀਂ ਆਪ ਭੁਗਣਾ। ਇਹ ਨਹੀਂ ਕਿ ਮੰਦਾ ਕੀਤਾ ਤੇ ਇਹ ਫਲ ਕੋਈ ਹੋਰ ਲੈ ਲਵੇ, ਜੇ ਚੰਗਾ ਕੀਤਾ ਤੇ ਉਹ ਫਲ ਮੇਰੀ ਝੋਲੀ ਵਿੱਚ ਪੈ ਜਾਵੇ। ਸਭ ਕਹਿੰਦੇ ਜੇ ਮੰਦਾ ਕੀਤਾ ਤਾਂ ਵੀ ਤੈਨੂੰ ਫਲ ਮਿਲਣਾ ਹੈ, ਜੇ ਚੰਗਾ ਕੀਤਾ ਤਾਂ ਵੀ ਤੈਨੂੰ ਫਲ ਮਿਲਣਾ, ਕਿਉਂਕਿ ਉਹਦੇ ਘਰ ਦੇ ਵਿੱਚ ਸਦਾ ਨਿਆਂ ਹੁੰਦਾ ਹੈ, ਉਹਦੇ ਘਰ ਵਿੱਚ ਸਦਾ ਇਨਸਾਫ ਹੁੰਦਾ ਹੈ। ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸੰਭਾਲ ਸੀ ਬੋਲਾ। ਹਿੰਦੁਸਤਾਨ ਦੇ ਵਿੱਚ ਜੋ ਕੁਝ ਇਸ ਅਹਿਮਨਾਬਾਦ ਦੇ ਵਿੱਚ ਵਾਪਰਨਾ ਹੈ, ਉਹ ਜਿਹੜਾ ਵਾਪਰਨਾ ਹੈ ਨਾ, ਉਹ ਸੰਭਾਲ ਸੀ ਬੋਲਾ। ਬੋਲਾ ਦਾ ਅਰਥ ਵੀ ਜੋ ਕੁਝ ਵਾਪਰਨਾ ਹੈ ਇਹ ਸਦਾ ਲਈ ਸੰਭਾਲਿਆ ਜਾਏਗਾ, ਭਾਵ ਇਤਿਹਾਸ ਵਿੱਚ ਲਿਖਿਆ ਜਾਏਗਾ, ਔਰ ਇਹਦਾ ਬੋਲ ਬਾਲਾ ਹੁੰਦਾ ਰਹੇਗਾ ਕਿ ਇੱਕ ਦਿਨ ਬਾਬਰ ਚੜ੍ਹ ਕੇ ਆਉਂਦਾ ਆਇਆ ਤੇ ਆ ਕੇ ਉਹਨੇ ਕੀ ਕੀਤਾ। ਕਹਿੰਦੇ ਕਾਇਆ ਕੱਪੜ ਟੁਕ ਟੁਕ ਹੋਸੀ। ਕਾਇਆ ਸਰੀਰ ਇਹ ਕੱਪੜਾ ਹੀ ਹੈ ਨਾ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਇਹ ਕਾਇਆ ਇਹ ਸਰੀਰ ਇਹ ਬੌਡੀ ਇੱਕ ਕੱਪੜੇ ਦੀ ਤਰ੍ਹਾਂ ਹੈ, ਤੇ ਜਦੋਂ ਉਹਨੇ ਆਉਣਾ ਹੈ ਤੇ ਕਹਿਣ ਲੱਗੇ ਟੁਕ ਟੁਕ ਹੋਸੀ, ਇਹ ਕੱਪੜਾ ਜਿਹੜਾ ਇਹਨੂੰ ਟੁਕਿਆ ਜਾਣਾ ਹੈ। ਤਾਂ ਹੀ ਮਹਾਰਾਜ ਨੇ ਸ਼ਬਦ ਜਿਹੜਾ ਸੀ ਮਾਸ ਪੂਰੀ ਵਰਤਿਆ ਕਿ ਆਹ ਜਿਹੜੇ ਨੇ ਲੀਰੋ ਲੀਰ ਹੋ ਜਾਣਾ ਹੈ। ਇਹ ਸਰੀਰ ਜਿਹੜਾ ਕੱਪੜਾ ਹੈ ਇਹ ਟੁਕ ਟੁਕ ਕੇ ਕਹਿੰਦੇ ਨੇ ਇਹ ਵੱਖ-ਵੱਖ ਹਿੱਸਿਆਂ ਦੇ ਵਿੱਚ ਖਿਲਰ ਜਾਣਾ ਹੈ। ਇਹ ਹਿੰਦੁਸਤਾਨ ਦੇ ਵਿੱਚ ਇਹ ਜੋ ਵਾਪਰਨਾ ਇਹਨੂੰ ਸੰਭਾਲਿਆ ਜਾਏਗਾ, ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਬੋਲਾ ਹੋਵੇਗਾ, ਭਾਵ ਕਿ ਇਹ ਇਤਿਹਾਸ ਬੋਲ ਕੇ ਸੁਣਾਇਆ ਜਾਵੇਗਾ। ਆਵਨ 78 ਜਾਨ 97 ਹੋਰ ਪਿਉਟ ਸੀ ਮਰਦ ਕਾ ਚੇਲਾ। ਹੁਣ ਇੱਥੇ ਧਿਆਨ ਰੱਖਿਓ, ਕਈ ਇੱਥੇ ਜਿਹੜੀਆਂ ਗਲਤ ਫਹਿਮੀਆਂ ਵੀ ਪਾਈਆਂ ਗਈਆਂ, ਕਈ ਅਫਵਾਹਾਂ ਵੀ ਉਡਾਈਆਂ ਗਈਆਂ, ਕਈ ਮਨ ਦੇ ਵਿੱਚ ਭੈ ਵੀ ਜਿਹੜੇ ਬਣਾ ਦਿੱਤੇ ਗਏ, ਕਿਉਂਕਿ ਅਸੀਂ ਕਲੀਅਰ ਨਹੀਂ ਕਰ ਸਕੇ ਕਿ ਆਵਨ 78 ਜਾਨ 97। ਤੇ ਜਦੋਂ ਇਹ 97 ਆਇਆ ਤੇ ਅਸੀਂ ਆਖਿਆ ਵੀ ਹੁਣ ਤੇ ਸਭ ਕੁਝ ਖਤਮ ਹੀ ਹੋ ਜਾਣਾ ਹੈ, ਪਰ ਉਹ ਸਮਾਂ ਵੀ ਲੰਘ ਗਿਆ। ਪਰ ਸਤਿਗੁਰੂ ਜੀ ਕਿਹਦਾ ਜ਼ਿਕਰ ਕਰ ਰਹੇ ਨੇ, ਇਹ ਆਪਾਂ ਤੁਸੀਂ ਕੱਲ ਵਿਚਾਰਿਆ ਹੈ। ਮਹਾਰਾਜ ਨੇ ਕਿਹਾ ਸੀ ਪਾਪ ਕੀ ਜੰਜ ਲੈ ਕਾਬਲੋ ਧਾਇਆ, ਉਹ ਜਿਹੜੀ ਕਾਬਲ ਤੋਂ ਪਾਪ ਦੀ ਜੰਜ ਲੈ ਕੇ ਆਉਣ ਵਾਲਾ ਹੈ, ਔਰ ਜਿਹਨੇ ਕਾਬਲ ਤੋਂ ਆਉਣਾ ਹੈ ਤੇ ਜੋਰੀ ਮੰਗੈ ਦਾਨ ਵੇ ਲਾ ਲਓ, ਇਹ ਉਹਦੇ ਆਉਣ ਦਾ ਜ਼ਿਕਰ ਮਹਾਰਾਜ ਨੇ ਕੀਤਾ ਹੈ। ਹੁਣ ਧਿਆਨ ਦੇ ਕੇ ਸੁਣਿਓ, ਜਦੋਂ ਗੁਰੂ ਨਾਨਕ ਸਾਹਿਬ ਨੇ ਇਹ 78 ਦੀ ਗੱਲ ਕੀਤੀ ਹੈ, 97 ਦੀ ਗੱਲ ਕੀਤੀ ਹੈ, ਉਸ ਵੇਲੇ ਈਸਵੀ ਨਹੀਂ ਸੀ ਚੱਲਦੀ, ਉਦੋਂ ਆ ਸੰਨ ਨਹੀਂ ਸੀ ਚੱਲਦੇ। ਉਦੋਂ ਕੀ ਹੈ, ਸੰਮਤ ਹੈ, ਬਿਕਰਮੀ ਸੰਮਤ ਚੱਲਦਾ ਹੈ। ਤੇ ਆਪ ਜੀ ਨੂੰ ਪਤਾ ਹੈ ਕਿ ਸੰਮਤ ਵਿੱਚ ਤੇ ਸੰਨ ਦੇ ਵਿੱਚ 57 ਦਾ ਫਰਕ ਹੈ। ਜੇ ਤੁਸੀਂ ਆ ਸੰਨ ਜਿਹੜਾ ਚੱਲਦਾ ਹੈ 2022 ਚੱਲਦਾ ਹੈ, ਇਹਦੇ ਵਿੱਚ ਤੁਸੀਂ ਜਿਹੜਾ ਉਹ 57, ਅਸੀਂ ਇਹਦੇ ਵਿੱਚ ਜੇ ਆਪਾਂ ਕਹਿ ਦਈਏ ਤੇ ਉਹ ਸੰਮਤ ਬਣ ਜਾਏਗਾ। ਜਿਵੇਂ ਹੁਣ ਇੱਥੇ ਆਖਿਆ ਆਵਨ 78, ਹੁਣ ਗੱਲ ਚੱਲੀ 1578 ਦੀ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵਕਤ ਦੀ ਗੱਲ ਕਰ ਰਹੇ ਨੇ ਉਹ 1578 ਦੀ ਗੱਲ ਕਰ ਰਹੇ ਆ, ਤੇ 1578 ਦੇ ਵਿੱਚੋਂ ਤੁਸੀਂ 57 ਮਾਈਨਸ ਕਰ ਦਿਓ। 1578 ਦੇ ਵਿੱਚੋਂ ਦੀ ਤੁਸੀਂ 57 ਜਿਹੜਾ ਇਹਨੂੰ ਘਟਾ ਦਿਓ, ਮਾਈਨਸ ਕਰ ਦਿਓ, ਤੇ ਕਿੰਨਾ ਬਣ ਜਾਏਗਾ, 1521 ਬਣ ਜਾਏਗਾ। 1521 ਦੀ ਗੱਲ ਕਰਦੇ ਆ ਵੀ 1521 ਵਿੱਚ ਬਾਬਰ ਪਾਪ ਦੀ ਜੰਜ ਲੈ ਕੇ ਆਏਗਾ। ਫਿਰ ਮਹਾਰਾਜ ਜੀ ਨੇ ਆਖਿਆ ਆਵਨ 78 ਜਾਨ 97, ਤੇ 1597 ਵਿੱਚੋਂ ਫਿਰ ਤੁਸੀਂ ਮਾਈਨਸ ਕਰ ਦਿਓ 57। ਜਦੋਂ ਤੁਸੀਂ ਉਹਨੂੰ 57 ਨੂੰ ਮਾਈਨਸ ਕਰੋਗੇ ਤੇ ਬਣ ਜਾਏਗਾ 1540। ਹੁਣ 1540 ਵਿੱਚ ਕੀ ਹੈ ਤੇ 1521 ਵਿੱਚ ਕੀ ਹੈ, ਇਹ ਆਪਾਂ ਨੂੰ ਇਤਿਹਾਸ ਵੇਖਣਾ ਪਏਗਾ। ਇਹਦਾ ਅਰਥ ਸੀ ਕਿ 1521 ਵਿੱਚ ਬਾਬਰ ਦਾ ਬੋਲ ਬਾਲਾ ਹੋਏਗਾ, ਬਾਬਰ ਦਾ ਜ਼ੋਰ ਚੱਲੇਗਾ, ਔਰ ਜਦੋਂ 1521 ਤੋਂ 1540, ਕਿਉਂਕਿ 1530 ਵਿੱਚ ਬਾਬਰ ਸਰੀਰ ਛੱਡ ਜਾਂਦਾ ਹੈ, 1530 ਵਿੱਚ ਇਹਨੇ ਸਰੀਰਕ ਚੋਲਾ ਛੱਡਿਆ। ਇਸ ਤੋਂ ਬਾਅਦ ਇਹਦੀ ਗੱਦੀ ਤੇ ਬੈਠਾ ਹਿਮਾਯੂ, ਤੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਇਤਿਹਾਸ ਵਿੱਚ ਤੁਸੀਂ ਸੁਣਦੇ ਹੋ ਕਿ ਹਿਮਾਯੂ ਦੀ ਹਾਰ ਹੋ ਗਈ ਤੇ ਹਿਮਾਯੂ ਦੇ ਕੋਲੋਂ ਤਖਤ ਖੋਹ ਲਿਆ ਗਿਆ। ਜਦੋਂ ਸ਼ੇਰ ਸ਼ਾਹ ਸ਼ੂਰੀ ਨੇ ਇੱਥੇ ਹਮਲਾ ਕੀਤਾ ਤੇ ਇਸ ਹਿਮਾਯੂ ਕੋਲੋਂ ਇਹਦਾ ਤਖਤ ਖੋਹ ਲਿਆ, ਇਹ ਹਾਰ ਗਿਆ ਹਿਮਾਯੂ। ਤੇ ਉਦੋਂ ਸਮਾਂ ਸੀ 1540 ਦਾ, ਤੇ 1540 ਦੇ ਵਿੱਚ ਤੁਸੀਂ 57 ਪਲੱਸ ਕਰ ਦਿਓਗੇ ਤੇ ਉੱਥੇ ਫਿਰ 97 ਬਣ ਜਾਏਗਾ। ਤੇ ਅਸੀਂ ਇਸ ਬਰੀਕੀ ਦੇ ਨਾਲ ਇਹਨੂੰ ਸਮਝਣਾ ਸੀ। ਜਾਂ ਫਿਰ ਅੱਗੇ ਮਹਾਰਾਜ ਨੇ ਆਖਿਆ ਹੋਰ ਵੀ ਉੱਠ ਸੀ ਮਰਦ ਕਾ ਚੇਲਾ, ਇਹਦੇ ਅਰਥ ਅਸੀਂ ਕਰ ਦਿੱਤੇ ਵੀ ਖਾਲਸਾ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਿਹਾ ਗਿਆ ਵੈ ਪ੍ਰਗਟਿਓ ਮਰਦ ਅਗੰਬੜਾ ਬਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਪਰ ਜੇ ਆਪਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਵੇਖੀਏ ਤੇ ਉੱਥੇ ਆਪਾਂ ਸੰਮਤ ਲਾ ਕੇ ਵੇਖੀਏ 97 ਬਣਦਾ ਹੀ ਨਹੀਂ। ਜੇ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਨੂੰ ਛੱਡ ਕੇ ਚੱਲਦੇ ਆ, ਜਦੋਂ ਆ ਰਾਏਕੋਟ ਰਾਏ ਕੱਲੇ ਕੋਲ ਆਉਂਦੇ ਆ ਤੇ ਉੱਥੇ ਬੂਟਾ ਪੁੱਟ ਕੇ ਕਹਿੰਦੇ ਆ ਇਹਨਾਂ ਦੀ ਜੜ ਪੁੱਟੀ ਗਈ, ਜੇ ਆਪਾਂ ਉੱਥੇ ਵੀ ਆਪਾਂ ਸੰਮਤ ਵਿੱਚ ਜੋੜ ਦਈਏ ਤੇ ਤਾਂ ਵੀ ਉਹ 97 ਨਹੀਂ ਬਣਦਾ। ਇਸ ਲਈ 97 ਦਾ ਮਤਲਬ ਹੈ ਕਿ ਉਹ 1521 ਦੇ ਵਿੱਚ ਆਏਗਾ ਤੇ 1540 ਦੇ ਵਿੱਚ ਇਹਦੇ ਕੋਲੋਂ ਬਾਬਰ ਵਾਲਾ ਜਿਹੜਾ ਤਖਤ ਹੈ ਉਹ ਖੋਹ ਲਿਆ ਜਾਏਗਾ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਘਰ ਆਇਆ ਨਾ ਜਦੋਂ ਹਿਮਾਯੂ, ਹਾਰ ਕੇ ਹੀ ਆਇਆ, ਇਹ ਤਖਤ ਇਹਦੇ ਕੋਲੋਂ ਖੋਹ ਲਿਆ। ਉਸ ਵੇਲੇ ਆਇਆ ਤੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਕਹਿੰਦੇ ਬੱਚਿਆਂ ਨੂੰ ਪੜ੍ਹਾ ਰਹੇ ਸੀ। ਕਈਆਂ ਨੇ ਜ਼ਿਕਰ ਕੀਤਾ ਕਿ ਨੌਜਵਾਨ ਜਿਹੜੇ ਮੱਲ ਅਖਾੜਾ ਹੈ ਉੱਥੇ ਕੁਸ਼ਤੀਆਂ ਕਰਵਾ ਰਹੇ ਸਨ। ਸਤਿਗੁਰੂ ਜੀ ਨੇ ਧਿਆਨ ਨਹੀਂ ਦਿੱਤਾ, ਕਿੰਨੀ ਦੇਰ ਖਲੋਤਾ ਰਿਹਾ। ਜਦੋਂ ਕਿੰਨੀ ਦੇਰ ਖਲੋਤਾ ਰਿਹਾ, ਇਹਦੇ ਮਨ ਵਿੱਚ ਕ੍ਰੋਧ ਜਾਗਿਆ ਕਿ ਮੈਂ ਏਡਾ ਵੱਡਾ ਬਾਦਸ਼ਾਹ, ਤੇ ਇਹ ਗੁਰੂ ਅੰਗਦ ਸਾਹਿਬ ਨੇ ਮੇਰੇ ਵੱਲ ਨਜ਼ਰ ਕਰਕੇ ਵੇਖਿਆ ਵੀ ਨਹੀਂ। ਇਹਨੇ ਉਸੇ ਵੇਲੇ ਆਪਣੇ ਕਹਿੰਦੇ ਤਲਵਾਰ ਦੇ ਮਿਆਨ ਜਿਹੜਾ ਸੀ ਕਹਿੰਦੇ ਉਸੇ ਵੇਲੇ ਤਲਵਾਰ ਦੇ ਮੁੱਠੇ ਨੂੰ ਹੱਥ ਪਾਇਆ ਵੀ ਮੈਂ ਦੱਸਦਾ ਵੀ ਮੈਂ ਕੌਣ ਹਾਂ।
ਤੇ ਜਦੋਂ ਇਹਨੇ ਤਲਵਾਰ ਦੇ ਮੁੱਠੇ ਨੂੰ ਹੱਥ ਪਾਇਆ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਹਿੰਦੇ ਆ, ਕਹਿਣ ਲੱਗੇ ਜਿੱਥੇ ਤੂੰ ਇਹ ਤਲਵਾਰ ਚਲਾਉਣੀ ਸੀ ਉੱਥੇ ਚਲਾਈ ਨਹੀਂ ਤੇ ਇੱਥੇ ਆ ਕੇ ਤੂੰ ਸਾਡੇ ਤੇ ਤਲਵਾਰ ਚਲਾਉਣ ਲੱਗਾ। ਬਸ ਇੰਨੀ ਗੱਲ ਕਹੀ ਸੀ ਤੇ ਹਿਮਾਜੂ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਡਿੱਗ ਗਿਆ ਸੀ। ਇਸ ਲਈ ਸਮਾਂ ਆਪਾਂ ਜਦੋਂ ਵੇਖਾਂਗੇ ਤੇ ਪਤਾ ਲੱਗੇਗਾ ਵੀ ਮਹਾਰਾਜ ਨੇ ਕਿਹੜੇ 78 ਤੇ ਕਿਹੜੇ 97 ਦੀ ਗੱਲ ਕੀਤੀ ਹੈ। ਸਾਹਿਬ ਨੇ ਆਖਿਆ ਸੀ ਵੀ ਬਾਬਰ ਚੜ੍ਹ ਕੇ ਆਏਗਾ, ਇਹਦਾ ਬੋਲ ਬਾਲਾ ਵੀ ਹਿੰਦੁਸਤਾਨ ਦੇ ਵਿੱਚ ਹੋਏਗਾ, ਪਰ ਇਹ ਆਏਗਾ 78 1578। ਫਿਰ ਧਿਆਨ ਲਾ ਕੇ ਸੁਣ ਲਿਓ, ਜਦੋਂ 1578 ਵਿੱਚ 57 ਮਾਈਨਸ ਕਰ ਦਿਓਗੇ ਫਿਰ ਉੱਥੇ 1521 ਦਾ ਸਮਾਂ ਬਣ ਜਾਏਗਾ। ਵੀ ਜਦੋਂ ਇਹਨੇ ਅਹਿਮਨਾਬਾਦ ਵਿੱਚ ਆਉਣਾ ਉਹ 1521 ਦਾ ਸਮਾਂ ਹੈ। ਤੇ ਜਦੋਂ ਬਾਬਰ ਦੇ ਤਖਤ ਨੂੰ ਖੋਹ ਲਿਆ ਜਾਣਾ ਉਦੋਂ ਫਿਰ ਮਰਦ ਕਿਹੜਾ ਸੀ ਜਿਹੜਾ ਉੱਠਿਆ ਸੀ, ਉਹ ਸ਼ੇਰ ਸ਼ਾਹ ਸੂਰੀ ਸੀ। ਇਹ ਉਹਦਾ ਜ਼ਿਕਰ ਮਹਾਰਾਜ ਨੇ ਕੀਤਾ ਹੈ। ਜੇ ਮਰਦ ਅਗੰਬੜੇ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਕਰ ਕਰੀਏ ਤੇ ਉਦੋਂ ਤਾਂ 1666 ਦਾ ਸਮਾਂ ਹੈ, ਤੇ ਜੇ ਉਹਦੇ ਵਿੱਚ 57 ਜੋੜੀਏ ਤਾਂ ਵੀ 97 ਨਹੀਂ ਬਣਦਾ। ਜੇ ਆਪਾਂ ਖਾਲਸੇ ਦੀ ਗੱਲ ਕਰੀਏ ਤਾਂ 57 ਜੋੜੀਏ ਤਾਂ ਵੀ 97 ਨਹੀਂ ਆਉਂਦਾ। ਇਹਦਾ ਮਤਲਬ ਗੁਰੂ ਸਾਹਿਬ ਜੀ ਨੇ ਉੱਥੇ ਇਹ ਜ਼ਿਕਰ ਜਿਹੜਾ ਉਹ ਹਿਮਾਜੂ ਦੇ ਕੋਲੋਂ ਤਖਤ ਖੋਹਣ ਦਾ ਆਉਣ ਵਾਲੇ ਸਮੇਂ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ। ਸਾਹਿਬ ਜੀ ਕਹਿਣ ਲੱਗੇ ਆਵਨ 78 ਜਾਨ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਸਾਹਿਬ ਕਹਿੰਦੇ ਇਸ ਬਾਬਰ ਦੇ ਤਖਤ ਨੂੰ ਖੋਹਣ ਵਾਲਾ ਇੱਕ ਹੋਰ ਮਰਦ ਉੱਠੇਗਾ ਜਿਹੜਾ ਇਹਦੇ ਕੋਲੋਂ ਤਖਤ ਖੋਹ ਲਏਗਾ। ਭਾਵ ਹਿਮਾਜੂ ਦੇ ਰੂਪ ਵਿੱਚ ਉਹ ਤਖਤ ਉਸ ਵੇਲੇ ਖੋਹ ਲਿਆ ਗਿਆ ਸੀ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਸਾਹਿਬ ਜੀ ਕਹਿੰਦੇ ਇਹ ਜਿਹੜਾ ਸਾਰਾ ਸ਼ਬਦ ਉਚਾਰਿਆ ਨਾ, ਇਹ ਸੱਚ ਕੀ ਬਾਣੀ ਨਾਨਕ ਆਖੈ। ਇਹ ਨਾਨਕ ਜੀ ਕਹਿੰਦੇ ਮੈਂ ਜੋ ਆਖਿਆ ਇਹ ਸੱਚ ਦੀ ਬਾਣੀ ਹੈ, ਇਹਨੂੰ ਝੁਠਲਾਇਆ ਨਹੀਂ ਜਾ ਸਕਦਾ। ਇਹ ਜੋ ਕੁਝ ਵਾਪਰਨਾ ਹੈ ਉਹਨੂੰ ਸੱਚ ਦੇ ਰੂਪ ਵਿੱਚ, ਬਾਣੀ ਦੇ ਰੂਪ ਵਿੱਚ ਨਾਨਕ ਜੀ ਨੇ ਆਖਿਆ। ਸਾਹਿਬ ਕਹਿੰਦੇ ਸੱਚ ਸੁਣਾਏ ਸੀ ਸੱਚ ਕੀ ਵੇਲਾ, ਕਿਉਂਕਿ ਇਹ ਵੇਲਾ ਇਹ ਸਮਾਂ ਹੈ ਹੀ ਸੱਚ ਸੁਣਾਉਣ ਦਾ, ਇਹ ਟਾਈਮ ਹੈ ਹੀ ਸੱਚ ਸੁਣਾਉਣ ਦਾ ਹੈ। ਇਸ ਲਈ ਜੋ ਕੁਝ ਵਾਪਰਨਾ ਉਹਨੂੰ ਸੱਚ ਦੇ ਰੂਪ ਵਿੱਚ, ਬਾਣੀ ਦੇ ਰੂਪ ਵਿੱਚ ਬਿਆਨ ਕੀਤਾ। ਇਸ ਤਰ੍ਹਾਂ ਗੁਰੂ ਸਾਹਿਬ ਨੇ ਤਿਲੰਗ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਭਾਈ ਲਾਲੋ ਜੀ ਨੂੰ ਸੰਬੋਧਨ ਹੋ ਕੇ ਉਚਾਰਨ ਕੀਤਾ ਹੈ। ਇਹ ਪ੍ਰਸੰਗ ਸਭ ਗੁਰੂ ਬਖਾਨਾ। ਇਸੇ ਹੀ ਸ਼ਬਦ ਰਾਹੀਂ ਜਿਹੜਾ ਪ੍ਰਸੰਗ ਪਾਪ ਕੀ ਜੰਜ ਲੈ ਕਾਬਲੋ ਧਾਇਆ ਵਾਲਾ ਪ੍ਰਸੰਗ ਮਹਾਰਾਜ ਜੀ ਨੇ ਸੁਣਾਇਆ, ਕਹਿੰਦੇ ਉਹ ਸਾਰਾ ਸੁਣਿਆ ਹੈ। ਸੁਨਤ ਹੋ ਤੋ ਇੱਕ ਦਿਜ ਮਤਵਾਨਾ। ਜਿੱਥੇ ਭਾਈ ਲਾਲੋ ਜੀ ਇਹ ਸ਼ਬਦ ਸੁਣ ਰਹੇ ਸੀ ਨਾ, ਉੱਥੇ ਕੋਲ ਹੀ ਇੱਕ ਦਿਜ ਸੀ। ਦਿਜ ਮਤਲਬ ਪੰਡਤ। ਇੱਕ ਪੰਡਤ ਕਹਿੰਦੇ ਉਹਨੇ ਸਾਰੀ ਗੱਲ ਗੁਰੂ ਨਾਨਕ ਸਾਹਿਬ ਜੀ ਦੀ ਸੁਣੀ ਹੈ। ਲਖਿਓ ਕੇ ਸੰਤ ਸੰਪੂਰਨ ਕੋਈ। ਲਖਿਓ ਦਾ ਅਰਥ ਹੁੰਦਾ ਜਾਣਨਾ, ਸਮਝ ਲੈਣਾ। ਇਹਨੇ ਸਮਝ ਲਿਆ ਵੀ ਇਹ ਕੋਈ ਪੂਰਨ ਸੰਤ ਹੈ, ਇਹ ਕੋਈ ਆਮ ਇਨਸਾਨ ਨਹੀਂ ਹੈ ਜਿਹਨੇ ਏਡੀ ਵੱਡੀ ਗੱਲ ਕਹਿ ਦਿੱਤੀ ਹੈ। ਇਹ ਸਮਾਂ ਆ ਗਿਆ ਪਾਪ ਕੀ ਜੰਜ ਲੈ ਕਾਬਲੋ ਧਾਇਆ। ਉਹ ਕਾਬਲ ਤੋਂ ਜਿਹੜਾ ਆ ਰਿਹਾ ਤੇਜ਼ੀ ਨਾਲ, ਉਹ ਪਾਪ ਦੀ ਜੰਜ ਲੈ ਕੇ ਆ ਰਿਹਾ ਹੈ। ਪਤਾ ਨਹੀਂ ਕੀ ਕੁਝ ਤੈਸ ਨੈਸ ਉਹਨੇ ਕਰ ਦੇਣਾ। ਜਦੋਂ ਕਹਿੰਦੇ ਇਸ ਪੰਡਤ ਨੇ ਸੁਣਿਆ ਤੇ ਇਹਨੇ ਸਮਝ ਲਿਆ ਕਿ ਸੰਤ ਸੰਪੂਰਨ ਕੋਈ, ਇਹ ਕੋਈ ਅਧੂਰਾ ਨਹੀਂ, ਇਹ ਪੂਰਨ ਸੰਤ ਮਹਾਂਪੁਰਖ ਹੈ। ਉਚਰਿਓ ਸ਼ਬਦ ਗਜਬ ਕਾ ਜੋਈ। ਕਿਉਂਕਿ ਜਿਹੜਾ ਸ਼ਬਦ ਇਸ ਮਹਾਂਪੁਰਖ ਨੇ ਉਚਾਰਿਆ ਇਹ ਗਜ਼ਬ ਦਾ ਹੈ, ਗਜ਼ਬ ਦਾ ਸ਼ਬਦ ਉਚਾਰਿਆ ਹੈ। ਉਹ ਡਰ ਧਰ ਕੇ ਸਦਨ ਸਿਧਾਰਾ। ਇਹਦੇ ਅੰਦਰ ਡਰ ਆ ਗਿਆ ਵੀ ਜੇ ਇਹ ਸੱਚ ਹੋ ਗਿਆ ਤੇ ਫਿਰ ਮੇਰਾ ਪਰਿਵਾਰ ਵੀ ਗਿਆ। ਜੇ ਸਾਰੇ ਜਿਹੜੇ ਇੱਥੇ ਰਹਿਣ ਵਾਲੇ तमाम ਲੋਕ ਨੇ, ਜੇ ਉਹਨਾਂ ਦਾ ਹਾਲ ਇਹ ਹੋਣਾ ਹੈ, ਉਹਨਾਂ ਦੇ ਕਾਇਆ ਕੱਪੜ ਦੀ ਤਰ੍ਹਾਂ ਟੁਕਿਆ ਜਿਹੜਾ ਉਹਨਾਂ ਨੂੰ ਜਾਣਿਆ, ਉਹਨਾਂ ਵਿੱਚ ਤੇ ਮੇਰਾ ਪਰਿਵਾਰ ਵੀ ਆਏਗਾ। ਉਸੇ ਵੇਲੇ ਕਹਿੰਦੇ ਡਰ ਰੱਖ ਕੇ ਘਰ ਨੂੰ ਭੱਜਿਆ ਗਿਆ, ਦੌੜਿਆ ਗਿਆ। ਆਨਿਓ ਬਹੁ ਪਕਵਾਨ ਆਹਾਰਾ। ਘਰ ਦੇ ਵਿੱਚ ਗਿਆ, ਘਰ ਵਾਲੀ ਨੂੰ ਆਖਿਆ ਭੋਜਨ ਤਿਆਰ ਕਰ। ਉਸੇ ਵੇਲੇ ਭੋਜਨ ਤਿਆਰ ਕਰਵਾਇਆ। ਹੋਏ ਦੀਨ ਤਰ ਦੀਨ ਅਗਾਰੀ। ਔਰ ਬੜਾ ਦੀਨ ਜਾ ਬਣ ਕੇ ਨਿਮਾਣਾ ਜਾ ਹੋ ਕੇ ਭੋਜਨ ਗੁਰੂ ਸਾਹਿਬ ਦੇ ਸਨਮੁਖ ਰੱਖ ਦਿੱਤਾ। ਹੱਥ ਜੋੜ ਕਹਿ ਗਿਰਾ ਉਚਾਰੀ। ਹੱਥ ਜੋੜ ਕੇ ਆਪਣੇ ਮੁਖਾਰ ਬਿੰਦ ਤੋਂ ਆਖਣ ਲੱਗਾ, ਇਹੋ ਆਹਾਰ ਦੇਵ ਸੰਤਨ ਖਵਾਈ। ਕਹਿਣ ਲੱਗਾ ਮਹਾਰਾਜ ਇਹ ਭੋਜਨ ਇਹ ਜਿਹੜਾ ਮੈਂ ਤਿਆਰ ਕਰਕੇ ਲਿਆਇਆ ਆਹਾਰ ਆਪ ਵੀ ਛਕੋ, ਜਾਂ ਜਿਹੜੇ ਤੁਹਾਡੇ ਨਾਲ ਨੇ ਇਹਨਾਂ ਨੂੰ ਵੀ ਤੁਸੀਂ ਛਕਾਉਣਾ ਕਰੋ। ਤ੍ਰਿਪੈ ਸਰਬ ਸੁਧਾ ਮਿਟ ਜਾਈ। ਇਹ ਤ੍ਰਿਪਤ ਹੋ ਜਾਣਗੇ, ਇਹਨਾਂ ਦੀ ਛੁਦਾ ਭੁੱਖ ਜਿਹੜੀ ਆ ਇਹਨਾਂ ਦੀ ਮਿਟ ਜਾਵੇਗੀ। ਰੱਬ ਸ਼ਬਦ ਜੋ ਪਾਖਿਓ ਕਰੂਰਾ। ਹੁਣ ਭੋਜਨ ਅੱਗੇ ਰੱਖ ਕੇ ਕਹਿੰਦਾ ਤੁਸੀਂ ਵੀ ਛਕ ਲਓ, ਇਹ ਵੀ ਛਕ ਲੈਣ, ਭੁੱਖ ਮਿਟ ਜਾਏਗੀ। ਨਾਲ ਹੀ ਕਹਿੰਦਾ ਮਹਾਰਾਜ ਜਿਹੜਾ ਸ਼ਬਦ ਤੁਸੀਂ ਉਚਾਰਿਆ ਉਹ ਸ਼ਬਦ ਬੜੇ ਗਜ਼ਬ ਦਾ ਉਚਾਰਿਆ ਹੈ। ਲੂਟਣ ਨਗਰ ਖਾਨਨ ਹਿਤ ਦੂਰਾ। ਇਸ ਸ਼ਬਦ ਤੋਂ ਮੈਨੂੰ ਜੋ ਸਮਝ ਆਈ ਆ ਵੀ ਪਠਾਨ ਜਿਹੜੇ ਆ ਰਹੇ ਨੇ, ਖਾਨ ਆ ਰਹੇ ਨੇ ਜਿਹੜੇ ਇਸ ਨਗਰ ਨੂੰ ਲੁੱਟ ਲੈਣਗੇ। ਜੋ ਨਿਜ ਬਚਨ ਫੇਰ ਕਰ ਦੀਜੈ। ਜਿਹੜਾ ਤੁਸੀਂ ਬਚਨ ਕਿਹਾ ਨਾ ਆ ਭੋਜਨ ਛਕ ਲਓ ਤੇ ਬਚਨ ਵਾਪਸ ਲੈ ਲਓ। ਜਿਹੜਾ ਤੁਸੀਂ ਬਚਨ ਕਿਹਾ ਉਹ ਬਚਨ ਆਪਣੇ ਵਾਪਸ ਲੈ ਲਓ ਤੇ ਆ ਭੋਜਨ ਜਿਹੜਾ ਲਿਆਂਦਾ ਇਹ ਛਕ ਲਵੋ। ਮਹਾਪੁਰਖ ਤੁਮ ਕਰੁਣਾ ਕੀਜੈ। ਤੁਸੀਂ ਮਹਾਨ ਪੁਰਖ ਹੋ, ਤੁਸੀਂ ਇਹ ਕਰੁਣਾ ਇਹ ਕਿਰਪਾ ਇਹ ਰਹਿਮਤ ਮੇਰੇ ਤੇ ਕਰ ਦੇਵੋ। ਚਲ ਆਇਓ ਮੈਂ ਸ਼ਰਨ ਤੁਮਾਰੀ। ਮੈਂ ਤੁਹਾਡੀ ਸ਼ਰਨ ਦੇ ਵਿੱਚ ਚੱਲ ਕੇ ਆਇਆ ਤੇ ਮੇਰੀ ਲਾਜ ਜਿਹੜੀ ਆ ਉਹ ਤੁਸੀਂ ਰੱਖਣੀ ਹੈ। ਅਬ ਹਮਰੀ ਕੀਜੈ ਰਖਵਾਰੀ। ਮੇਰੀ ਤੇ ਮੇਰੇ ਪਰਿਵਾਰ ਦੀ ਰਖਵਾਰੀ ਹੁਣ ਤੁਸੀਂ ਕਰਨੀ। ਮੈਨੂੰ ਸਮਝ ਆ ਗਈ ਵੀ ਤੁਸੀਂ ਮਹਾਨ ਪੁਰਖ ਹੋ ਤੇ ਜੇ ਮੈਨੂੰ ਤੁਸੀਂ ਬਚਾ ਸਕਦੇ, ਜੇ ਮੈਨੂੰ ਕੋਈ ਬਚਾ ਸਕਦਾ ਹੈ ਤੇ ਉਹ ਤੁਸੀਂ ਹੋ। ਚੱਲ ਆਇਓ ਮੈਂ ਸ਼ਰਨ ਤੁਮਾਰੀ, ਤੁਹਾਡੀ ਸ਼ਰਨ ਵਿੱਚ ਚੱਲ ਕੇ ਆਇਆ ਹਾਂ। ਅਬ ਹਮਰੀ ਕੀਜੈ ਰਖਵਾਰੀ, ਮੇਰੀ ਮੇਰੇ ਪਰਿਵਾਰ ਦੀ ਰਖਵਾਲੀ ਤੁਸੀਂ ਕਰਨੀ ਹੈ। ਸ੍ਰੀ ਗੁਰੂ ਘਰ ਕਹੇ ਸੁਨ ਹੋਤ ਜੋ ਐਸੇ। ਗੁਰੂ ਮਹਾਰਾਜ ਸਤਿਗੁਰੂ ਜੀ ਕਹਿਣ ਲੱਗੇ ਹੇ ਪੰਡਤ ਜੀ ਇਸ ਤਰ੍ਹਾਂ ਸੁਣਨਾ ਕਰੋ। ਸੰਤ ਬਚਨ ਹੈ ਗਜਰਤ ਜੈਸੇ। ਮਹਾਰਾਜ ਜੀ ਕਹਿੰਦੇ ਆ ਜਿਹੜੇ ਬਚਨ ਉਚਾਰੇ ਨੇ ਉਹ ਮੈਂ ਨਹੀਂ ਉਚਾਰੇ, ਉਹ ਆਰੰਭ ਵਿੱਚ ਹੀ ਆਖਿਆ ਸੀ ਜੈਸੀ ਮੈਂ ਆਵੇ ਖਸਮ ਕੀ ਬਾਣੀ। ਤੇ ਖਸਮ ਦੀ ਬਾਣੀ ਨੂੰ ਵਾਪਸ ਮੋੜਿਆ ਨਹੀਂ ਜਾ ਸਕਦਾ, ਖਸਮ ਦੀ ਬਾਣੀ ਨੂੰ ਝੁਠਲਾਇਆ ਨਹੀਂ ਜਾ ਸਕਦਾ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ। ਇਹ ਤਾਂ ਉਸ ਕਰਤੇ ਨੇ ਮੂੰਹੋਂ ਕਢਾਏ ਨੇ ਬੋਲ। ਇਸ ਲਈ ਇਹਨੂੰ ਹੁਣ ਨਾ ਇਹ ਬਦਲੇ ਜਾ ਸਕਦੇ ਆ, ਨਾ ਇਹ ਬਚਨ ਮੋੜੇ ਜਾ ਸਕਦੇ ਆ। ਕਿਸ ਤਰ੍ਹਾਂ ਕਹਿੰਦੇ ਜਿਵੇਂ ਗੱਜ ਹਾਥੀ ਦੇ ਦੰਦ ਜੇ ਨਿਕਲ ਜਾਵਣ, ਇੱਕ ਵਾਰ ਜੇ ਬਾਹਰ ਨਿਕਾਸੇ। ਜੇ ਇੱਕ ਵਾਰ ਹਾਥੀ ਦੇ ਦੰਦ ਜਿਹੜੇ ਆ ਬਾਹਰ ਨਿਕਲ ਜਾਵਣ, ਪੁਨ ਪ੍ਰਵੇਸ਼ੈ ਨਹਿ ਕਰੇ ਪ੍ਰਯਾਸ। ਫਿਰ ਉਹ ਹਾਥੀ ਦੇ ਦੰਦ ਜਿਹੜੇ ਆ ਉਹ ਦੁਬਾਰਾ ਪ੍ਰਵੇਸ਼ ਜਿਹੜੇ ਅੰਦਰ ਨਹੀਂ ਕੀਤੇ ਜਾ ਸਕਦੇ। ਇਸੇ ਤਰ੍ਹਾਂ ਜਿਹੜਾ ਬੋਲ ਉਸ ਖਸਮ ਨੇ ਇਸ ਮੁਖੋਂ ਕਢਾ ਦਿੱਤਾ ਉਹ ਕਦੇ ਵੀ ਉਹ ਕਹਿੰਦੇ ਉਹਨੂੰ ਬਦਲਿਆ ਨਹੀਂ ਜਾ ਸਕਦਾ। ਖਾਨਨ ਸਭ ਕੋ ਅੰਤ ਹਵੈ ਬਚੇ ਨਾਹੀ ਜਲ ਥਲ ਕੋਏ। ਮਹਾਰਾਜ ਕਹਿੰਦੇ ਜਿਹੜੇ ਖਾਨ ਆ ਰਹੇ ਨੇ ਉਹਨਾਂ ਤੋਂ ਕੋਈ ਵੀ ਇੱਥੇ ਬਚ ਨਹੀਂ ਸਕੇਗਾ। ਇਹ ਬਿਲਕੁਲ ਸੱਚ ਹੈ ਕਿ ਜੋ ਵੀ ਅਹਿਮਨਾਬਾਦ ਦੇ ਵਿੱਚ ਵਾਪਰਨਾ ਹੈ ਉਹ ਬਿਲਕੁਲ ਸੱਚ ਹੈ। ਬਖਸ਼ਿਓ ਤੂੰ ਅਬ ਜਾਵਈ ਮਿਲਿਓ। ਸਾਹਿਬ ਜੀ ਕਹਿੰਦੇ ਪਰ ਤੂੰ ਚਿੰਤਾ ਨਾ ਕਰ, ਕਿਉਂਕਿ ਤੂੰ ਇੱਕ ਅਰਦਾਸ ਕਰ ਦਿੱਤੀ ਹੈ ਕਿ ਚੱਲ ਆਇਓ ਮੈਂ ਸ਼ਰਨ ਤੁਹਾਰੀ। ਮੈਂ ਚੱਲ ਕੇ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ ਤੇ ਕਿਰਪਾ ਕਰੋ ਅਬ ਹਮਰੀ ਕੀਜੈ ਰਖਵਾਰੀ। ਜੇ ਤੂੰ ਇਹ ਬਚਨ ਕਰ ਦਿੱਤਾ ਫਿਰ ਸਾਡਾ ਫਰਜ਼ ਹੈ ਕਿ ਅਸੀਂ ਤੇਰੀ ਰਖਵਾਲੀ ਕਰੀਏ, ਅਸੀਂ ਤੇਰੀ ਰੱਖਿਆ ਕਰੀਏ। ਧਿਆਨ ਰੱਖਿਓ ਜਿਹੜੇ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜ ਜਾਂਦੇ ਆ
ਸਾਹਿਬ ਜੀ ਕਹਿੰਦੇ ਉਹਨਾਂ ਦੇ ਨੇੜੇ ਜਮ ਤਾਂ ਛੱਡੋ, ਜਮ ਦਾ ਦੂਤ ਵੀ ਨੇੜੇ ਨਹੀਂ ਆ ਸਕਦਾ। ਜਿਨ੍ਹਾਂ ਨੂੰ ਗੁਰੂ ਨੇ ਆਪਣੀ ਸ਼ਰਨ ਵਿੱਚ ਰੱਖ ਲਿਆ, ਜਮ ਕੰਕਰ ਨੇੜ ਨਾ ਆਇਆ। ਕਿਹਨਾਂ ਦੇ? ਜਿਨ੍ਹਾਂ ਨੇ ਗੁਰੂ ਦੇ ਚਰਨਾਂ ਵਿੱਚ ਆ ਕੇ ਆਪਣਾ ਆਸਰਾ ਲੈ ਲਿਆ। ਜਾਂ ਆਪਾਂ ਬਚਨ ਪੜ੍ਹਦੇ ਹਾਂ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਾਉ ਕਿਛ ਨਹੀਂ, ਜਮ ਨਹੀਂ ਆਵੈ ਨੇੜੇ। ਉਹਨਾਂ ਦੇ ਨੇੜੇ ਜਮ ਨਹੀਂ ਆਉਂਦੇ। ਜਾਂ ਫਿਰ ਜਿੱਥੇ ਆਪ ਪਰਮੇਸ਼ਵਰ ਖਲੋ ਜਾਏ, ਉਹਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ, ਪਰ ਵਿੱਚ ਕਰਤਾ ਵਿੱਚ ਖਲੋਤਾ ਹੋਣਾ ਚਾਹੀਦਾ ਹੈ। ਭਾਵ ਉਹਦੇ ਤੇ ਪੂਰਨ ਭਰੋਸਾ ਹੋਣਾ ਚਾਹੀਦਾ ਹੈ। ਫਿਰ ਵਿੱਚ ਕਰਤਾ ਪੁਰਖ ਖਲੋਵਾ, ਵਾਲ ਨਾ ਵਿੰਗਾ ਹੋਵਾ। ਮਹਾਰਾਜ ਕਹਿੰਦੇ ਕੋਈ ਉਹਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ, ਜੇ ਉਹ ਵਿੱਚ ਆਪ ਕਰਤਾ ਖਲੋ ਜਾਵੇ ਉਹਦੀ ਰੱਖਿਆ ਕਰਨ ਵਾਸਤੇ। ਇਸ ਲਈ ਸਾਹਿਬ ਨੇ ਆਖਿਆ ਤੂੰ ਚਿੰਤਾ ਨਾ ਕਰ, ਜੇ ਤੂੰ ਇਹ ਬੇਨਤੀ ਕੀਤੀ ਹੈ ਤਾਂ ਤੇਰੀ ਰਖਵਾਲੀ ਕਰਨਾ ਸਾਡਾ ਫਰਜ਼ ਬਣਦਾ ਹੈ। ਮਿਲਿਓ ਦੀਨ ਮਨ ਹੋਏ, ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਤੂੰ ਦੀਨ ਬਣ ਕੇ, ਭਾਵ ਸਾਹਿਬ ਕਹਿੰਦੇ ਜੇ ਤੂੰ ਸ਼ਰਨ ਵਿੱਚ ਆਇਆ ਹੈ ਤਾਂ ਦੀਨ ਬਣ ਕੇ, ਨਿਮਾਣਾ ਬਣ ਕੇ ਆਇਆ ਹੈ। ਹੇ ਦਿਜ ਲਾਲੋ ਮਿਲ ਕੇ ਦੋ, ਇਸ ਲਈ ਮਹਾਰਾਜ ਕਹਿੰਦੇ ਹੇ ਦਿਜ ਤੂੰ ਭਾਈ ਲਾਲੋ ਦੇ ਨਾਲ ਦੋਵੇਂ ਜਾਣੇ ਆਪਸ ਵਿੱਚ ਮਿਲ ਕੇ ਇਹ ਜੇ ਬਚਨ ਕਰੋ ਅਵਸੋ। ਜਿਹੜੇ ਅਸੀਂ ਬਚਨ ਕਹਿੰਦੇ ਆ ਉਹਨੂੰ ਹੁਣੇ ਹੀ ਮੰਨ ਲਓ। ਧਿਆਨ ਦੇ ਕੇ ਸੁਣਿਓ ਵੀ ਜਿਹੜੇ ਬਚਨ ਅਸੀਂ ਕਹਿੰਦੇ ਆ ਉਹਨੂੰ ਹੁਣੇ ਹੀ ਮੰਨ ਲਓ। ਕਈ ਵਾਰ ਹੁੰਦਾ ਅਸੀਂ ਕਹਿੰਦੇ ਆ ਵੀ ਗੁਰੂ ਸਾਹਿਬ ਦਾ ਹੁਕਮ ਸੁਣ ਤਾਂ ਲਿਆ, ਪਰ ਅਸੀਂ ਕਹਿੰਦੇ ਆ ਕੋਈ ਨਹੀਂ, ਸਮਾਂ ਆਏਗਾ ਮੰਨ ਲਾਂਗੇ। ਉਹ ਜਿਹੜਾ ਵਿੱਚ ਸਮਾਂ ਪੈ ਜਾਂਦਾ ਨਾ, ਤੇ ਫਿਰ ਉੱਥੇ ਆ ਕੇ ਹੀ ਗੜਬੜ ਹੋ ਜਾਂਦੀ ਹੈ। ਫਿਰ ਅਸੀਂ ਕਹਿੰਦੇ ਆ ਗੁਰੂ ਸਾਹਿਬ ਤੁਸੀਂ ਸਾਡੀ ਰੱਖਿਆ ਨਹੀਂ ਕੀਤੀ। ਮਹਾਰਾਜ ਕਹਿੰਦੇ ਤੈਨੂੰ ਹੁਕਮ ਦਿੱਤਾ ਸੀ, ਤੂੰ ਮੰਨਿਆ ਤੇ ਹੈ ਨਹੀਂ। ਜੇ ਤੂੰ ਉਸੇ ਵੇਲੇ ਮੰਨ ਲੈਂਦਾ ਤੇ ਫਿਰ ਤੈਨੂੰ ਆਹ ਮੁਸ਼ਕਲ ਦਾ ਸਾਹਮਣਾ ਕਰਨਾ ਹੀ ਨਾ ਪੈਂਦਾ। ਸਾਹਿਬ ਕਹਿੰਦੇ ਇਹ ਪੰਡਤ ਜੀ ਭਾਈ ਲਾਲੋ ਨੂੰ ਆਪਣੇ ਨਾਲ ਲੈ ਲਓ, ਜੋ ਅਸੀਂ ਕਹਿੰਦੇ ਆ ਉਹਨੂੰ ਹੁਣੇ ਹੀ ਮੰਨਣਾ ਕਰੋ। ਨਿਜ ਪਰਿਵਾਰ ਲਿਓ ਸੰਗਾਰੇ, ਆਪਣਾ ਪਰਿਵਾਰ ਜਿਹੜਾ ਤੁਸੀਂ ਆਪਣੇ ਨਾਲ ਲੈਣਾ ਕਰੋ। ਆਪਣੀ ਸਭ ਹੀ ਵਸਤ ਸੰਭਾਲੇ, ਔਰ ਜੋ ਵੀ ਤੁਹਾਨੂੰ ਇਸ ਵੇਲੇ ਲੱਗਦਾ ਹੈ ਜ਼ਰੂਰਤਮੰਦ, ਜੋ ਵਸਤਾਂ ਨੇ ਉਹ ਆਪਣੀਆਂ ਸੰਭਾਲ ਲਵੋ ਜੀ। ਚਤਰ ਕੋਸ ਪਰ ਅਬ ਤੁਮ ਜਾਈ, ਔਰ ਇੱਥੋਂ ਦੀ ਇਸ ਦਿਸ਼ਾ ਵੱਲ 4 ਕੋਹ ਦਾ ਪੈਂਡਾ ਤੁਸੀਂ ਤੈਅ ਕਰਨਾ ਹੈ। ਸੁਸਕ ਤੜਾਗ ਪਿਕ ਹੋਤੇ ਥਾਈ, ਕਹਿੰਦੇ ਨੇ ਉੱਥੇ ਇੱਕ ਸੁੱਕਾ ਤਲਾਬ ਹੈ। ਸਾਹਿਬ ਜੀ ਨੇ ਪੰਡਤ ਜੀ ਨੂੰ ਆਖਿਆ ਚਿੰਤਾ ਨਾ ਕਰ, ਫਿਕਰ ਨਾ ਕਰ, ਭਾਈ ਲਾਲੋ ਨੂੰ ਨਾਲ ਲੈ, ਆਪਣੇ ਪਰਿਵਾਰ ਨੂੰ ਨਾਲ ਲੈ, ਜੋ ਜ਼ਰੂਰਤਮੰਦ ਸਮਾਨ ਹੈ ਉਹ ਸੰਭਾਲ ਲੈ। ਇੱਥੋਂ 4 ਕੋਹ ਤੇ ਜਾਣਾ ਕਰ, ਉੱਥੇ ਇੱਕ ਸੁੱਕਾ ਤਲਾਬ ਮਿਲੇਗਾ। ਬੈਠੇ ਰਹੇ ਹੈ ਸਹਿਤ ਕੁਟੁੰਬਾ, ਸਾਰੇ ਪਰਿਵਾਰ ਦੇ ਸਮੇਤ ਉਸ ਤਲਾਬ ਵਿੱਚ ਜਾ ਕੇ ਬੈਠ ਜਾਓ। ਸਾਹਿਬ ਜੀ ਨੇ ਉਹਨੂੰ ਪੰਡਤ ਨੂੰ ਆਖਣਾ ਕੀਤਾ, ਪੁਰ ਕੋ ਸੋਰ ਹੋ ਬਿਨਾ ਬਿਲੰਬਾ, ਪੁਰ ਕੋ ਛੋਰੋ ਬਿਨਾ ਬਿਲੰਬਾ। ਬਿਲੰਬਾ ਮੈਨੇ ਬਿਨਾ ਦੇਰੀ ਲਾਇਆ, ਦੇਰੀ ਨਾ ਲਾਓ। ਇੱਥੇ ਤੁਸੀਂ ਢਿੱਲ ਮੱਠ ਨਹੀਂ ਕਰਨੀ, ਬਿਨਾ ਦੇਰੀ ਲਾਇਆ ਪਰਿਵਾਰ ਲਓ, ਸਮਾਨ ਲਓ ਔਰ ਉਸ ਸੁੱਕੇ ਤਲਾਬ ਵੱਲ ਨੂੰ ਚਲੇ ਜਾਵੋ। ਭੋਰ ਹੋਤ ਮੁਗਲਨ ਕੀ ਸੈਨਾ, ਕਿਉਂਕਿ ਭੋਰ ਹੁੰਦਿਆਂ ਸਾਰ ਹੀ ਪਾਪ ਕੀ ਜੰਜ ਲੈ ਕਾਬਲੋ ਧਾਇਆ। ਉਹ ਜਿਹੜਾ ਮੁਗਲ ਹੈ ਉਹ ਪਾਪ ਦੀ ਜੰਜ ਲੈ ਕੇ ਤੁਰਿਆ ਹੋਇਆ। ਭੋਰ ਪਾਪ ਦਿਨ ਚੜ੍ਹਦਿਆਂ ਸਾਰ ਉਹਨੇ ਪਹੁੰਚ ਜਾਣਾ ਹੈ। ਆਏ ਇਹਾ ਲੁੱਟ ਹੈ ਸਭ ਵੈਨਾ, ਬਸ ਉਹਨੇ ਆਉਂਦਿਆਂ ਸਾਰ ਹੀ ਸਭ ਕੁਝ ਇੱਥੋਂ ਲੁੱਟ ਲੈਣਾ ਹੈ। ਸਭ ਪਠਾਨ ਕੋ ਪਠ ਜਮ ਦਵਾਰੇ, ਕਹਿੰਦੇ ਜਿੰਨੇ ਵੀ ਉਹਦੇ ਨਾਲ ਇਹ ਖਾਨ ਪਠਾਨ ਆ ਰਹੇ ਨੇ ਉਹ ਇੱਕ ਜਮ ਦਾ ਰੂਪ ਬਣ ਕੇ ਆ ਰਹੇ ਨੇ। ਉਹ ਸਾਰੇ ਦੇ ਸਾਰੇ ਜਮ ਦਾ ਰੂਪ ਬਣ ਕੇ ਆ ਰਹੇ ਹਨ। ਤੀਨ ਬਾਂਧ ਕਰ ਲਏ ਸੰਗਾਰੇ, ਉਹ ਜਮ ਜਦੋਂ ਆਉਣਗੇ ਤੇ ਉਹਨਾਂ ਨੇ ਪਰਿਵਾਰ ਤੀਏ ਮੈਨੇ ਇਸਤਰੀਆਂ ਸਮੇਤ ਉਹਨਾਂ ਸਾਰੇ ਹੀ ਬੰਨ ਲੈਣੇ ਆ ਜਿਹੜੇ ਉਹ ਜਮ ਦੇ ਰੂਪ ਵਿੱਚ ਆ ਰਹੇ ਹਨ। ਸੁਣ ਕਰ ਲਾਲੋ ਦਿਜ ਦੋ ਸਤਿਆ ਲਖੇ ਸਭ ਬਹਿਨ, ਜਦੋਂ ਭਾਈ ਲਾਲੋ ਜੀ ਨੇ ਤੇ ਉਸ ਦਿਜ ਭਾਵ ਪੰਡਤ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਸੁਣੇ ਕਿ ਤੁਸੀਂ ਬਿਨਾਂ ਦੇਰੀ ਲਾਇਆ ਹੁਣੇ ਹੀ ਪਰਿਵਾਰ ਲੈ ਕੇ ਤੁਰ ਪਾਓ, ਕਿਉਂਕਿ ਦਿਨ ਚੜ੍ਹਦਿਆਂ ਸਾਰ ਜਮ ਨੇ ਆ ਕੇ ਹਮਲਾ ਕਰ ਦੇਣਾ। ਇਹਨਾਂ ਨੂੰ ਇਹ ਬਿਲਕੁਲ ਸੱਚ ਲੱਗਣ ਲੱਗ ਪਿਆ ਜੀ, ਜੋ ਗੁਰੂ ਸਾਹਿਬ ਕਹਿ ਰਹੇ ਆ ਉਹ ਬਿਲਕੁਲ ਸੱਚ ਹੈ। ਦਿੜ ਪ੍ਰਤੀਤ ਹਿਰਦੈ ਕਰੀ, ਅੰਦਰ ਕਹਿੰਦੇ ਇਹਨਾਂ ਦੇ ਪ੍ਰਤੀਤ ਆ ਗਏ, ਵਿਸ਼ਵਾਸ ਆ ਗਿਆ, ਇਹਨਾਂ ਦੇ ਅੰਦਰ ਗੁਰੂ ਸਾਹਿਬ ਦੇ ਬੋਲਾਂ ਦਾ ਭਰੋਸਾ ਅੰਦਰ ਵੱਜਾ ਹੈ। ਗਏ ਤੁਰਤ ਨਿਜ ਐਨ, ਉਸੇ ਵੇਲੇ ਕਹਿੰਦੇ ਨੇ ਪੰਡਤ ਦੌੜ ਕੇ ਆਪਣੇ ਘਰ ਗਿਆ, ਆਪਣੇ ਪਰਿਵਾਰ ਨੂੰ ਸਾਰੀ ਗੱਲ ਦੱਸੀ, ਲੋੜ ਦਾ ਸਮਾਨ ਇਕੱਠਾ ਕੀਤਾ, ਬਸ ਚੱਲਣ ਦੀ ਤਿਆਰੀ ਕੀਤੀ ਹੈ। ਆਪਣੀ ਸਭ ਸੰਭਾਰ ਸੰਭਾਰੀ, ਜੋ ਵੀ ਕਹਿੰਦੇ ਸੰਭਾਲਣਾ ਸੀ ਉਹ ਸਾਰਾ ਕੁਝ ਇਹਨੇ ਸੰਭਾਲ ਲਿਆ। ਲੀਨ ਸੰਗ ਭਰਾਤਾ ਸੁਤਨਾਰੀ, ਕਹਿੰਦੇ ਨੇ ਆਪਣਾ ਇਹਦੀ ਨਾਰੀ ਮੈਨੇ ਇਸਤਰੀ ਘਰ ਵਾਲੀ ਔਰ ਆਪਣਾ ਭਰਾਤਾ ਮੈਨੇ ਭਰਾ, ਆਪਣੇ ਭਰਾ ਆਪਣੀ ਇਸਤਰੀ ਜੋ ਪਰਿਵਾਰ ਦੇ ਵਿੱਚ ਜੀ ਸਨ। ਵਹਿਰ ਨਗਰ ਤੇ ਨਿਕਸ਼ ਬਹੋਰੀ, ਉਸੇ ਵੇਲੇ ਕਹਿੰਦੇ ਇਸ ਨਗਰ ਤੋਂ ਬਾਹਰ ਵਾਲੇ ਪਾਸੇ ਨੂੰ ਚੱਲਣਾ ਸ਼ੁਰੂ ਕੀਤਾ। ਪਹੁੰਚੇ ਤਿਸੀ ਠੌਰ ਕੋ ਟੋਰੀ, ਔਰ ਜਿਸ ਥਾਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੱਸਿਆ ਕਹਿੰਦੇ ਉਸੇ ਥਾਂ ਤੇ ਇਹ ਪਹੁੰਚੇ ਹਨ। ਸ੍ਰੀ ਅੰਗਦ ਜੀ ਸੁਨੋ ਅਗਾਰੀ, ਇਹ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਇਤਿਹਾਸ ਸੁਣਾ ਰਹੇ ਨੇ ਖਡੂਰ ਸਾਹਿਬ ਦੇ ਪਵਿੱਤਰ ਅਸਥਾਨ ਤੇ ਬੈਠ ਕੇ। ਜਦੋਂ ਇੰਨੀ ਗੱਲ ਸੁਣਾਈ ਕਹਿੰਦੇ ਸ੍ਰੀ ਅੰਗਦ ਜੀ ਸੁਣੋ ਅਗਾਰੀ, ਇਹ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਇੰਨਾ ਆ ਕੁਝ ਜਦੋਂ ਉੱਥੇ ਹੋਇਆ ਅਗਲੀ ਵਿਚਾਰ ਸੁਣਨਾ ਕਰੋ ਜੀ। ਜਸ ਬੀਤੀ ਤਸਕਰ ਉਚਾਰੀ, ਜਸ ਬੀਤੀ ਜਿਵੇਂ ਉੱਥੇ ਬੀਤਿਆ ਜੋ ਕੁਝ ਉੱਥੇ ਵਾਪਰਿਆ ਮੈਂ ਉਸੇ ਤਰ੍ਹਾਂ ਉਚਾਰਨ ਕਰਦਾ ਹਾਂ। ਫੁੱਟੋ 50 ਕੋਸ ਪਰ ਡੇਰਾ, ਮਹਾਰਾਜ ਜੀ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਉਚਾਰ ਦਿੱਤਾ ਔਰ ਜਿਹੜਾ ਸ਼ਰਨ ਵਿੱਚ ਆਇਆ ਉਹਦੇ ਬਚਾਅ ਵਾਸਤੇ ਉਹਨੂੰ ਮਹਾਰਾਜ ਨੇ ਰਾਹ ਦੱਸ ਦਿੱਤਾ ਵੀ ਆਹ ਰਾਹ ਤੁਰ ਜਾ ਜੇ ਤੂੰ ਬਚਣਾ ਚਾਹੁੰਦਾ ਹੈ। ਉਹ ਆਪਣੇ ਪਰਿਵਾਰ ਸਮੇਤ ਭਾਈ ਲਾਲੋ ਜੀ ਨੂੰ ਲੈ ਕੇ ਉਸ ਥਾਂ ਪਹੁੰਚ ਗਏ। ਅਹਿਮਨਾਬਾਦ ਦੀ ਹੱਦ ਜਿੱਥੋਂ ਸ਼ੁਰੂ ਹੁੰਦੀ ਹੈ ਉਸ ਤੋਂ ਕਹਿੰਦੇ ਨੇ 50 ਕੋਹ ਪਿੱਛੇ ਬਾਬਰ ਜਿਹੜਾ ਪਹੁੰਚ ਚੁੱਕਾ ਹੈ, ਆਪਣਾ ਡੇਰਾ ਉੱਥੇ ਲਾ ਚੁੱਕਾ ਹੈ। ਦਲ ਬਾਬਰ ਕੇ ਸੰਗ ਕਨੇਰਾ, ਔਰ ਇਸ ਜਿਹੜਾ ਇਹ ਪਾਪ ਦੀ ਜੰਜ ਲੈ ਕੇ ਆਇਆ ਬਾਬਰ ਹੈ ਕਹਿੰਦੇ ਬਹੁਤ ਭਾਰੀ ਇਕੱਠ ਵਿੱਚ ਆਪਣਾ ਸੰਗ ਦਲ ਫੌਜ ਲੈ ਕੇ ਆਇਆ ਹੈ। ਤੁਰਕੀ ਬਲੀ ਤੋ ਰੰਗ ਵਿਸਾਲਾ, ਔਰ ਇਹਨਾਂ ਦੇ ਕੋਲ ਫੌਜ ਤੇ ਹੈ ਹੀ ਹੈ, ਖਾਨ ਪਠਾਨ ਤੇ ਇਹਦੀ ਫੌਜ ਵਿੱਚ ਹਨ। ਔਰ ਜਿਹੜੇ ਇਹਨਾਂ ਦੇ ਘੋੜੇ ਨੇ ਉਹ ਤੁਰਕੀ ਘੋੜੇ ਨੇ, ਤੁਰਕੀ ਘੋੜੇ ਜਿਹੜੇ ਬਹੁਤ ਬਲ ਵਾਲੇ ਹੁੰਦੇ ਹਨ, ਬਹੁਤ ਦੂਰ ਗਮਨੇ ਤਤਕਾਲਾ, ਜਿਹੜੇ ਬੜੀ ਦੂਰ ਤੱਕ ਜਿਹੜੇ ਆ ਘੋੜੇ ਸਫ਼ਰ ਕਰ ਸਕਦੇ ਆ। ਕਹਿੰਦੇ ਨੇ ਇਹ ਉਹ ਤੁਰਕੀ ਘੋੜੇ ਇਹਨਾਂ ਕੋਲ ਹਨ। ਤਹਿਸਨ ਬਾਬਰ ਕੋ ਮਨ ਫੇਰਾ, ਜਦੋਂ ਇਹ 50 ਕੋਹ ਤੱਕ ਆਇਆ ਨਾ ਤੇ 50 ਕੋਹ ਤੱਕ ਇਹ ਪਹੁੰਚਿਆ ਵੀ ਡੇਰਾ ਲਾਇਆ ਵੀ ਕੁਝ ਪਲ ਰੁਕਦੇ ਆ ਆਰਾਮ ਕਰਦੇ ਆ ਫਿਰ ਅੱਗੇ ਚੱਲਦੇ ਆ। ਪਰ ਕਹਿੰਦੇ ਤੈਂ ਛਿਨ ਬਾਬਰ ਕੋ ਮਨ ਫੇਰਾ, ਤੈਂ ਛਿਨ ਉਸੇ ਵੇਲੇ ਕਈ ਵਾਰ ਸਾਡੇ ਨਾਲ ਇਸ ਤਰ੍ਹਾਂ ਵਾਪਰਿਆ ਹੋਵੇਗਾ ਕਿ ਅਸੀਂ ਕਿਤੇ ਸਫ਼ਰ ਕਰ ਰਹੇ ਆ, ਰਸਤੇ ਵਿੱਚ ਕਿਤੇ ਰੁਕੇ ਆ ਵੀ ਚਲੋ ਆਪਾਂ ਅੱਧਾ ਘੰਟਾ 1 ਘੰਟਾ ਕੁਝ ਘੰਟੇ ਆਪਾਂ ਇੱਥੇ ਰੁਕ ਜਾਈਏ, ਫੈਸਲਾ ਕਰ ਲਿਆ ਰੁਕ ਵੀ ਗਏ, ਉਸੇ ਚਿੰਨ ਫੁਰਨਾ ਬਣਿਆ ਵੀ ਨਹੀਂ ਇੱਥੇ ਨਹੀਂ ਰੁਕਣਾ ਅੱਗੇ ਨੂੰ ਚੱਲਦੇ ਆ। ਬਸ ਇਸੇ ਤਰ੍ਹਾਂ ਕਹਿੰਦੇ ਇਸ ਬਾਬਰ ਦੇ ਮਨ ਨੇ ਫੇਰ ਲਿਆ ਅੰਦਰੋਂ, ਭਾਵ ਫੁਰਨਾ ਜਿਹੜਾ ਸੀ ਅੰਦਰੋਂ ਬਦਲ ਦਿੱਤਾ। ਇਹ ਮਨਵਾਦ ਨਗਰ ਲਿਓ ਘੇਰਾ, ਇਹਦੇ ਮਨ ਵਿੱਚ ਉਸੇ ਵੇਲੇ ਖਿਆਲ ਆਇਆ, ਕਹਿੰਦਾ ਵੀ ਆਪਣੀ ਫੌਜ ਨੂੰ ਕਹਿੰਦਾ ਵੀ ਹੁਣੇ ਹੀ ਇਸ ਤਰ੍ਹਾਂ ਕਰੋ ਅਹਿਮਨਾਬਾਦ ਨੂੰ ਚਾਰੇ ਪਾਸਿਓਂ ਘੇਰ ਲਓ, ਅਹਿਮਨਾਬਾਦ ਨੂੰ ਘੇਰਾ ਪਾ ਲਓ ਜੀ। ਅਕਸਰ ਮਾਤਰ ਅਬ ਪਰੇ ਹੋ ਜਾਈ, ਅਕਸ ਮਾਤਰ ਦਾ ਅਰਥ ਹੁੰਦਾ ਅਚਾਨਕ ਜਾ ਕੇ ਧਾਵਾ ਬੋਲਣਾ, ਉਹਨਾਂ ਨੂੰ ਖਬਰ ਵੀ ਨਹੀਂ ਹੋਣੀ ਚਾਹੀਦੀ, ਉਹਨਾਂ ਨੂੰ ਪਤਾ ਵੀ ਨਹੀਂ ਲੱਗਣਾ ਚਾਹੀਦਾ। ਕਹਿੰਦੇ ਬਸ ਜਾਂਦੇ ਆ ਉੱਥੇ ਧਾਵਾ ਬੋਲਣਾ ਹੈ। ਪੂਰਨ ਤਿੰਨ ਕੋ ਦਿਓ ਵਿਚਲਾ,
ਲਾਈ। ਇਸ ਲਈ ਜਾਓ, ਜਾ ਕੇ ਉਹਨਾਂ ਨੂੰ ਤੂਰਨ ਦਾ ਅਰਥ ਹੈ ਉਸੇ ਵੇਲੇ ਉੱਥੇ ਅਹਿਮਨਾਬਾਦ ਵਿੱਚ ਜੋ ਕੁਝ ਵੀ ਹੈ ਉਹ ਸਭ ਕੁਝ ਲੁੱਟ ਲੈਣਾ ਹੈ। ਮਾਨੀ ਆਨ ਨਾ ਮਨ ਹੈ ਮੋਰੀ। ਕਹਿਣ ਲੱਗੇ ਜਿਹੜਾ ਮੇਰੀ ਇਸ ਗੱਲ ਨੂੰ, ਕਿਉਂਕਿ ਹੰਕਾਰੀ ਸੀ ਨਾ ਬਾਬਰ, ਤੇ ਹੰਕਾਰ ਦਾ ਲੱਛਣ ਆਪ ਜੀ ਨਾਲ ਬੜੀ ਵਾਰ ਸਾਂਝਾ ਕੀਤਾ ਹੈ। ਹੰਕਾਰ ਦਾ ਲੱਛਣ ਇਹ ਹੈ ਕਿ ਬੰਦਾ ਮਨਾਉਣਾ ਚਾਹੁੰਦਾ, ਮੰਨਣਾ ਨਹੀਂ ਚਾਹੁੰਦਾ। ਬੰਦਾ ਬੋਲਣਾ ਚਾਹੁੰਦਾ ਪਰ ਸਾਹਮਣੇ ਵਾਲੇ ਦੀ ਸੁਣਨਾ ਨਹੀਂ ਚਾਹੁੰਦਾ। ਇਹ ਹੰਕਾਰ ਦੇ ਲੱਛਣ ਨੇ। ਬੰਦਾ ਝੁਕਾਉਣਾ ਚਾਹੁੰਦਾ ਹੈ ਆਪਣੇ ਅੱਗੇ ਪਰ ਆਪ ਕਿਸੇ ਅੱਗੇ ਝੁਕਣਾ ਨਹੀਂ ਚਾਹੁੰਦਾ। ਹੁਣ ਇਹ ਆਪਣੀ ਗੱਲ ਮਨਵਾਉਣਾ ਚਾਹੁੰਦਾ ਹੈ। ਕਹਿੰਦਾ ਜੇ ਮੇਰੀ ਗੱਲ ਕਿਸੇ ਨੇ ਨਾ ਮੰਨੀ, ਅਸ ਪਠਾਨ ਹੈ ਹੋਕਰ ਜੋਰੀ। ਇਸ ਲਈ ਕਹਿਣ ਲੱਗੇ ਫਿਰ ਮੈਂ ਉਹਦਾ ਕੀ ਹਾਲ ਕਰਾਂਗਾ, ਇਹ ਉਹ ਜਾਣਦਾ ਹੈ। ਹੁਣ ਜਿੰਨੇ ਵੀ ਖਾਨ ਪਠਾਨ ਨੇ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਬਾਬਰ ਦਾ ਹੁਕਮ ਮੋੜ ਨਹੀਂ ਸਕਦੇ, ਇਹਦੇ ਹੁਕਮ ਦੀ ਉਲੰਘਣਾ ਕਰ ਨਹੀਂ ਸਕਦੇ। ਉਸੇ ਵੇਲੇ ਕਹਿੰਦੇ ਜਿੰਨੇ ਪਠਾਨ ਸਨ ਕਰ ਜੋਰੀ, ਉਹਨਾਂ ਨੇ ਹੱਥ ਆਪਣੇ ਜਿਹੜੇ ਆ ਉਹ ਜੋੜ ਦਿੱਤੇ ਹਨ। ਸਰਬ ਸੈਨ ਕੋ ਆਇਸ ਦੀਨੀ। ਉਸੇ ਵੇਲੇ ਸਮੁੱਚੀ ਇਹਦੀ ਜਿਹੜੀ ਸੈਨਾ ਹੈ ਉਹਨਾਂ ਨੂੰ ਹੁਕਮ ਜਾਰੀ ਕਰ ਦਿੱਤਾ। ਅਸ ਪਰ ਪਾਏ ਪਾਖਰੇ ਲੀਨੀ। ਇਸੇ ਵੇਲੇ ਆਪਣੇ ਘੋੜਿਆਂ ਤੇ ਕਾਠੀਆਂ ਜਿਹੜੀਆਂ ਨੇ ਉਹ ਪਾ ਲਓ ਜੀ। ਜੋਦਾ ਸੰਬੰਧ ਹੈ ਸਭ ਹੀ। ਸਾਰੇ ਜਿਹੜੇ ਨੇ ਕਹਿੰਦੇ ਕਿ ਆਪਣੀ ਯੋਧੇ ਜਿਹੜੇ ਆ ਸੂਰਮੇ ਆਪੋ ਆਪਣੇ ਕਮਰ ਕਸੇ ਕਰ ਲਓ, ਤਿਆਰੀਆਂ ਕਰ ਲਓ। ਲੀਨ ਤੁਫੰਗੈ ਕਸ ਕਰ ਜੋ ਤਬ ਆਪਣੀਆਂ ਬੰਦੂਕਾਂ ਉਹਦੇ ਵਿੱਚ ਬਰੂਦ ਗੋਲੀ ਸਭ ਕੁਝ ਸੰਭਾਲਣਾ ਕਰੋ ਜੀ। ਕੋਰਨ ਪਰ ਹਵੈ ਕੇ ਸਵਾਰਾ। ਔਰ ਸਾਰੀ ਤਿਆਰੀ ਕਰਕੇ ਆਪਣੇ ਆਪਣੇ ਘੋੜਿਆਂ ਤੇ ਸਵਾਰ ਹੋਵੋ। ਕਰੀ ਦੌਰ ਨਹਿ ਲਗੀ ਅਵਾਰਾ। ਦੇਰੀ ਨਹੀਂ ਲੱਗਣੀ ਚਾਹੀਦੀ। ਮਨ ਫੇਰ ਦਿੱਤਾ ਨਾ ਬਾਬਰ ਦਾ। ਬਸ ਉਸੇ ਜਿਹੜਾ ਕਹਿੰਦਾ ਸੀ ਵੀ ਇੱਥੇ ਰੁਕੋ, ਆਰਾਮ ਕਰੋ, ਖਾਓ ਪੀਓ, ਫਿਰ ਅੱਗੇ ਚੱਲਾਂਗੇ, ਉਸੇ ਵੇਲੇ ਮਨ ਫਿਰ ਗਿਆ। ਮਨ ਫਿਰਿਆ, ਉਹਨੇ ਆਖਿਆ ਵੀ ਮੇਰਾ ਹੁਕਮ ਹੈ, ਹੁਣੇ ਘੋੜਿਆਂ ਤੇ ਕਾਠੀਆਂ ਪਾ ਲਓ, ਹੁਣੇ ਆਪਣੀਆਂ ਬੰਦੂਕਾਂ ਤਿਆਰ ਕਰ ਲਓ, ਬਰੂਦ ਇਕੱਠਾ ਕਰ ਲਓ ਤੇ ਘੋੜਿਆਂ ਤੇ ਸਵਾਰ ਹੋ ਕੇ ਬਿਨਾਂ ਦੇਰੀ ਲਾਇਆ ਅਹਿਮਨਾਬਾਦ ਨੂੰ ਜਾ ਕੇ ਘੇਰ ਲਵੋ। ਮਾਰਗ ਵਿਖੇ ਅਪਗਾ ਜੇਤੀ। ਕਹਿੰਦੇ ਮਾਰਗ ਦੇ ਵਿੱਚ, ਰਾਹ ਦੇ ਵਿੱਚ ਫਿਰ ਇਹ ਤੁਰਦੇ ਹਨ। ਰਬ ਰੁਖ ਵਿਖੇ ਸੁਸਕ ਗਈ ਕੇਤੀ। ਕਹਿੰਦੇ ਨੇ ਇਹ ਰੁੱਖ ਜਿਹੜਾ ਸੀ ਉਸ ਵੇਲੇ ਦਾ ਐਸਾ ਬਾਬਰ ਦਾ ਬਣਿਆ ਹੈ ਕਿ ਜਿੰਨੇ ਵੀ ਇਹਦੇ ਨਾਲ ਆਏ ਹੋਏ ਨੇ, ਜਿੰਨੀ ਵੀ ਇਹ ਜੰਜ ਆਈ ਹੈ ਪਾਪ ਦੀ, ਇਹ ਸਾਰਾ ਕੁਝ ਹੁਣ ਅਹਿਮਨਾਬਾਦ ਵਿੱਚ ਕੀ ਕੁਝ ਵਾਪਰਦਾ ਹੈ, ਕਿਵੇਂ ਘੇਰਦੇ ਆ ਤੇ ਕੀ ਕੁਝ ਇੱਥੇ ਮਾਹੌਲ ਜਿਹੜਾ ਉਹ ਬਣਨਾ ਹੈ, ਉਹ ਅਗਲੇਰੇ ਪ੍ਰਸੰਗ ਦੇ ਵਿੱਚ ਇਤਿਹਾਸ ਨੂੰ ਜਾਣਨ ਦਾ ਯਤਨ ਕਰਾਂਗੇ। ਅੱਗੇ ਵੀ ਜ਼ਿਕਰ ਕੀਤਾ ਸੀ ਕਿ ਕੇਵਲ ਸਾਡਾ ਕੰਮ ਇਤਿਹਾਸ ਸੁਣਨਾ ਨਹੀਂ, ਇਤਿਹਾਸ ਵਿੱਚੋਂ ਦੀ ਜੋ ਸਿੱਖਿਆਵਾਂ ਮਿਲਦੀਆਂ ਉਹਨੂੰ ਗ੍ਰਹਿਣ ਕਰਨਾ ਹੈ ਕਿ ਅਸੀਂ ਇਹਦੇ ਵਿੱਚੋਂ ਕੀ ਸਿੱਖਣਾ ਹੈ। ਜੈ ਸਾਹਿਬ ਕਹਿੰਦੇ ਤੂੰ ਜੋ ਗੁਰਬਾਣੀ ਤੈਨੂੰ ਕਹਿੰਦੀ ਆ ਨਾ, ਕਿਉਂਕਿ ਅੱਜ ਤੇ ਅਸੀਂ ਕਿਹਦੀ ਮੰਨਣੀ ਹੈ? ਗੁਰੂ ਦੀ ਮੰਨਣੀ ਹੈ। ਤੇ ਗੁਰੂ ਕੌਣ ਹੈ? ਬਾਣੀ ਗੁਰੂ ਹੈ। ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਮੰਨਣੀ ਆ। ਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਹੁਕਮ ਕਰਦੇ ਆ ਉਹਨੂੰ ਅਸੀਂ ਮੰਨ ਲਿਆ ਕਰੀਏ। ਜੋ ਗੁਰਬਾਣੀ ਕਹਿੰਦੀ ਹੈ ਉਹਦੇ ਤੇ ਅਮਲ ਕਰ ਲਿਆ ਕਰੀਏ ਤੇ ਜਮ ਦੀ ਮਾਰ ਤੋਂ ਬਚ ਜਾਾਂਗੇ, ਵਿਕਾਰਾਂ ਤੋਂ, ਬੁਰਾਈਆਂ ਤੋਂ, ਮਾੜੇ ਕਰਮਾਂ ਤੋਂ ਬਚ ਜਾਾਂਗੇ। ਤੇ ਜੇ ਅਸੀਂ ਗੁਰਬਾਣੀ ਪੜ੍ਹੀ ਪਰ ਮੰਨੀ ਇੱਕ ਨਾ, ਜੇ ਅਸੀਂ ਗੁਰਬਾਣੀ ਪੜ੍ਹੀ ਪਰ ਉਹ ਗੁਰਬਾਣੀ ਵਿੱਚੋਂ ਗੁਣ ਨਾ ਇੱਕ ਵੀ ਲਿਆ, ਤੇ ਫਿਰ ਸਾਹਿਬ ਕਹਿੰਦੇ ਫਿਰ ਧਿਆਨ ਰੱਖ, ਫਿਰ ਜਮ ਦੇ ਡੰਡੇ ਤੋਂ, ਜਮ ਦੀ ਮਾਰ ਤੋਂ, ਫਿਰ ਜਮ ਦੇ ਦੂਤ ਤੋਂ ਤੈਨੂੰ ਕੋਈ ਨਹੀਂ ਬਚਾ ਸਕਦਾ। ਜੇ ਤੂੰ ਗੁਰੂ ਦੀ ਗੱਲ ਮੰਨੇਗਾ ਤਾਂ ਸੱਚ ਜਾਣੀ ਧਰਮਰਾਜ ਵੀ ਤੇਰੇ ਅੱਗੇ ਹੱਥ ਜੋੜ ਕੇ ਖਲੋ ਜਾਏਗਾ ਤੇ ਉਹ ਵੀ ਕਾਗਜ਼ ਪਾੜ ਕੇ ਤੇਰੇ ਲੇਖੇ ਦਾ ਕਹੇਗਾ ਵੀ ਤੇਰਾ ਲੇਖਾ ਮੇਰੇ ਤੋਂ ਨਹੀਂ ਹੋ ਸਕਦਾ। ਤੇ ਜੇ ਤੂੰ ਗੁਰੂ ਦੀ ਗੱਲ ਨਾ ਮੰਨੀ ਤੇ ਫਿਰ ਧਰਮਰਾਜ ਨੇ ਲੇਖਾ ਮੰਗਿਆ, ਉੱਥੇ ਜਵਾਬ ਦੇਣਾ ਔਖਾ ਹੋ ਜਾਏਗਾ। ਧਰਮਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਏਗਾ। ਤੇ ਦੂਜੇ ਪਾਸੇ ਧਰਮਰਾਏ ਦਰ ਕਾਗਦ ਬਾਰੇ ਜਨ ਨਾਨਕ ਲੇਖਾ ਸਮਝਾ। ਅਸੀਂ ਜੋ ਗੁਰਬਾਣੀ ਕਹਿੰਦੀ ਆ ਉਹਦੇ ਤੇ ਅਮਲ ਕਰਾਂਗੇ ਤਾਂ ਸਾਡਾ ਵੀ ਜੀਵਨ ਜਿਹੜਾ ਉਹ ਸੁਖਮਈ ਸੁਖਦਾਈ ਹੋ ਜਾਏਗਾ। ਜਿੱਥੇ ਇਤਿਹਾਸ ਆਪ ਜੀ ਨੇ ਸਰਵਨ ਕੀਤਾ ਹੈ ਉੱਥੇ ਅੱਜ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਜਿਨ੍ਹਾਂ ਗੁਰੂ ਕੇ ਪਿਆਰਿਆਂ ਨੇ, ਸਿੰਘ ਸੂਰਮਿਆਂ, ਯੋਧਿਆਂ ਨੇ ਸ਼ਹਾਦਤ ਦੇ ਜਾਮ ਕੀਤੇ ਆ ਤੇ ਜਿਨ੍ਹਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਮੁਕਤ ਕਰਕੇ ਉਸ ਧਰਤੀ ਦਾ ਨਾਮ ਹੀ ਮੁਕਤਸਰ, ਜਿਹਨੂੰ ਆਪਾਂ ਕਹਿੰਦੇ ਹਾਂ ਮੁਕਤਸਰ ਸਾਹਿਬ, ਉਹ ਅਸਥਾਨ ਸਾਰਾ ਇਤਿਹਾਸ ਆਪ ਜੀ ਜਾਣਦੇ ਹੋ ਕਿ ਅਨੰਦਪੁਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਨੂੰ ਛੱਡਣਾ, ਪਰਿਵਾਰ ਦਾ ਵਿਛੋੜਾ ਹੋਣਾ, ਔਰ ਫਿਰ ਸਤਿਗੁਰੂ ਮਹਾਰਾਜ ਜੀ ਚਮਕੌਰ ਦੀ ਗੜੀ ਤੋਂ ਹੁੰਦੇ ਹੋਏ ਫਿਰ ਸਤਿਗੁਰੂ ਜੀ ਰਾਏਕੋਟ ਪਹੁੰਚਦੇ ਆ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਕੇ ਆਏ ਨੇ ਔਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨੂਰੇ ਮਾਹੀ ਕੋਲੋਂ ਸਰਵਣ ਕੀਤਾ ਹੈ। ਸਤਿਗੁਰੂ ਮਹਾਰਾਜ ਜੀ ਅੱਗੇ ਨੂੰ ਚੱਲੇ ਪਾਉਂਦੇ ਆ, ਪਰ ਜਦੋਂ ਇਹ ਮਾਝੇ ਦੇ ਚੌਧਰੀ ਜਿਹੜੇ ਨੇ ਇਹ ਇਕੱਤਰ ਹੋ ਕੇ ਆਉਂਦੇ ਆ, ਕੁਝ ਸਿੰਘ ਅਨੰਦਪੁਰ ਸਾਹਿਬ ਜਦੋਂ ਸੀ ਉਦੋਂ ਹੀ ਛੱਡ ਕੇ ਚਲੇ ਗਏ ਸਨ, ਪਰ ਚੌਧਰੀ ਇਹ ਜਿਹੜੇ ਆਪਣੇ ਆਪ ਨੂੰ ਅਖਾਉਣ ਵਾਲੇ ਸੀ, ਇਹਨਾਂ ਆਖਿਆ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਮੁਲਾਕਾਤ ਕਰਦੇ ਹਾਂ, ਜਿਨ੍ਹਾਂ ਦੇ ਵਿੱਚ ਮਾਈ ਭਾਗ ਕੌਰ ਵਰਗੀ ਵੀ ਹੈ, ਕਿਉਂਕਿ ਜਿਹਨੇ ਹਲੂਣਾ ਦਿੱਤਾ ਸੀ। ਕਿਉਂਕਿ ਅੱਜ ਦੇਖੋ, ਅੱਜ ਵੀ ਆਪਾਂ ਇਹ ਬੋਲ ਸਮਾਜ ਵਿੱਚ ਸੁਣਦੇ ਹਾਂ ਕਿ ਪੁੱਤਰ ਨੇ ਜਦੋਂ ਵੀ ਕੁਝ ਵੰਡਾਇਆ ਤੇ ਜ਼ਮੀਨਾਂ ਹੀ ਵੰਡਾਈਆਂ ਨੇ, ਤੇ ਧੀਆਂ ਨੇ ਜਦੋਂ ਵੀ ਮਾਪਿਆਂ ਦਾ ਕੁਝ ਵੰਡਿਆ ਤੇ ਦੁੱਖ ਹੀ ਵੰਡਿਆ ਹੈ। ਇਹ ਮਾਈ ਭਾਗ ਕੌਰ ਹੀ ਸੀ ਜਿਨ੍ਹਾਂ ਆਖਿਆ ਸੀ ਉਹ ਗੁਰੂ ਤੋਂ ਬੇਮੁਖ ਹੋਣ ਵਾਲਿਓ, ਜੇ ਤੁਸੀਂ ਗੁਰੂ ਤੋਂ ਬੇਮੁਖ ਹੋ ਕੇ ਆਪਣੇ ਘਰਾਂ 'ਚ ਬੈਠਣਾ ਤੇ ਫਿਰ ਚੂੜੀਆਂ ਪਾ ਕੇ ਬਹਿ ਜਾਓ। ਅਸੀਂ ਧੀਆਂ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਤੇ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਧੀਆਂ, ਅਸੀਂ ਸ਼ਸਤਰ ਲੈ ਕੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਚੱਲਾਂਗੀਆਂ। ਉਹ ਬੜੀ ਵੱਡੀ ਚੋਟ ਸੀ, ਬੜਾ ਵੱਡਾ ਹਲੂਣਾ ਸੀ, ਪਰ ਜਿਹੜੇ ਅੱਗੇ ਚੌਧਰੀ ਹੁੰਦੇ ਨਾ ਇਹ ਵੀ ਚਾਹੁੰਦੇ ਆ ਵੀ ਸਾਡੀ ਚੌਧਰ ਚੱਲਣੀ ਚਾਹੀਦੀ ਹੈ। ਇਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਵਾਰਤਾਲਾਪ ਹੀ ਇਸ ਢੰਗ ਨਾਲ ਕੀਤੀ ਕਿ ਮਹਾਰਾਜ ਜੀ ਹੁਣ ਤੁਹਾਨੂੰ ਰਜ਼ਾਮੰਦੀ ਕਰ ਲੈਣੀ ਚਾਹੀਦੀ ਹੈ। ਇਹ ਸਤਿਗੁਰੂ ਮਹਾਰਾਜ ਕਹਿੰਦੇ ਚੌਧਰੀਓ ਅੱਜ ਤੁਸੀਂ ਇਕੱਠੇ ਹੋ ਕੇ ਆ ਕੇ ਕਹਿੰਦੇ ਹੋ ਰਜ਼ਾਮੰਦੀ ਕਰ ਲੈਣੀ ਚਾਹੀਦੀ ਹੈ। ਇਹ ਰਜ਼ਾਮੰਦੀ ਤੇ ਉਦੋਂ ਕਰਵਾਉਣੀ ਸੀ ਜਦੋਂ ਅਨੰਦਪੁਰ ਸਾਹਿਬ ਛੱਡਿਆ, ਇਹ ਉਦੋਂ ਹੋਣੀ ਚਾਹੀਦੀ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ। ਇਹ ਉਦੋਂ ਤੁਹਾਡੀ ਇਹ ਸਲਾਹ ਕਿੱਥੇ ਸੀ? ਤੁਸੀਂ ਅੱਜ ਸਲਾਹ ਮਸ਼ਵਰਾ ਦੇਣ ਵਾਸਤੇ ਆ ਗਏ ਹੋ, ਇਹ ਉਦੋਂ ਕਿੱਥੇ ਸੀ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾਉਂਦੇ ਆ, ਜਦੋਂ ਸਾਹਿਬਜ਼ਾਦੇ ਗੁਰੂ ਕੇ ਸਿੰਘ ਸ਼ਹਾਦਤਾਂ ਦਾ ਜਾਮ ਪੀਂਦੇ ਆ। ਇਹ ਕਿੱਥੇ ਦਾ ਨਿਆਂ ਹੈ ਕਿ ਇੱਕ ਪਾਸੇ 40 ਸਿੰਘ ਤੇ ਇੱਕ ਪਾਸੇ ਲੱਖਾਂ ਦੀ ਫੌਜ? ਉਦੋਂ ਤੁਹਾਡਾ ਇਹ ਸਲਾਹ ਮਸ਼ਵਰਾ ਇਹ ਕਿੱਥੇ ਸੀ? ਸਾਹਿਬ ਜੀ ਕਹਿੰਦੇ ਆ ਵੀ ਅੱਜ ਤੁਸੀਂ ਇਹ ਆਪਣੀ ਸਲਾਹ ਆਪਣਾ ਮਸ਼ਵਰਾ ਦੇਣ ਆ ਗਏ ਹੋ। ਉਹਨਾਂ ਨੇ ਇੱਕੋ ਗੱਲ ਆਖੀ ਵੀ ਮਹਾਰਾਜ ਤੁਹਾਡੀ ਸਾਡੀ ਬਣਨੀ ਕੋਈ ਨਹੀਂ। ਉਹਨਾਂ ਆਖਿਆ ਸਾਡੀ ਤੁਹਾਡੀ ਬਣਨੀ ਕੋਈ ਨਹੀਂ। ਮਹਾਰਾਜ ਕਹਿੰਦੇ ਠੀਕ ਹੈ, ਫਿਰ ਆਪਣੇ ਜੋ ਮੁਖ ਤੋਂ ਸ਼ਬਦ ਬੋਲੇ ਆ ਉਹ ਲਿਖ ਕੇ ਵੀ ਦੇ ਦਿਓ। ਉਹ ਲਿਖ ਕੇ ਦਿੱਤੇ ਆ ਵੀ ਅਸੀਂ ਤੁਹਾਡੇ ਨਾਲ ਰਲ ਕੇ ਨਹੀਂ ਚੱਲ ਸਕਦੇ, ਤੁਸੀਂ ਸਾਡੇ ਵਿਦਾਵਾ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਹੋ। ਮਹਾਰਾਜ ਨੇ ਉਹ ਵਿਦਾਵਾ ਰੱਖਿਆ ਕੋਲ। ਤੇ ਜਦੋਂ ਗੁਰੂ ਕੇ ਪਿਆਰਿਆਂ ਨੂੰ, ਸਿੰਘਾਂ ਨੂੰ ਤੇ ਮਾਈ ਭਾਗ ਕੌਰ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਚੌਧਰੀ ਜਿਹਨਾਂ ਨੂੰ ਅੱਗੇ ਕੀਤਾ ਸੀ ਇਹ ਅੱਗੋਂ ਕਾਰਾ ਹੀ ਕੁਝ ਹੋਰ ਕਰ ਆਇਆ, ਉਸ ਵੇਲੇ ਫਿਰ ਇਹਨਾਂ ਦੇ ਮਨ ਦੇ ਵਿੱਚ ਬੜੀ ਵੱਡੀ ਚੋਟ ਪਹੁੰਚੀ ਸੀ। ਉਹਨਾਂ ਆਖਿਆ ਨਹੀਂ, ਅਸੀਂ ਆਪ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਜਾ ਕੇ ਬੇਨਤੀਆਂ ਕਰਾਂਗੇ। ਉਸ ਦੌਰਾਨ ਸਤਿਗੁਰੂ ਮਹਾਰਾਜ ਜੀ ਜਿੱਥੇ ਖਦਰਾਣੀ ਦੀ ਟਾਪ ਇਸ ਪਾਸੇ ਨੂੰ ਚੱਲਦੇ ਆ, ਪਿੱਛੋਂ ਵਜ਼ੀਰ ਖਾਂ ਤੇ ਵਜ਼ੀਰ ਖਾਂ ਦੀ ਫੌਜ ਚੜ੍ਹੀ ਆਉਂਦੀ ਸੀ। ਜਦੋਂ ਇਹ ਗੁਰੂ ਕੇ ਸਿੰਘ ਪਹੁੰਚਦੇ ਨੇ ਇਸ ਮੁਕਤਸਰ ਸਾਹਿਬ ਦੇ ਉਸ ਪਵਿੱਤਰ ਥਾਂ ਤੇ ਜਿੱਥੇ ਕਹਿਣ ਲੱਗੇ ਪਾਣੀ ਦਾ ਇਕੱਠ ਹੈ, ਖਦਰਾਣੀ ਦੀ ਢਾਬ ਦਾ ਮਤਲਬ ਜਿੱਥੇ ਪਾਣੀ ਹੈ, ਇੱਥੇ ਫਿਰ ਕਹਿੰਦੇ ਵਜ਼ੀਰ ਖਾਂ ਤੇ ਇਹਨਾਂ ਦੇ ਸਿਪਾਹੀਆਂ ਦੇ ਨਾਲ ਝੜਪ ਹੁੰਦੀ ਹੈ।
ਉਸ ਝੜਪ ਦੇ ਦੌਰਾਨ ਇੱਕ ਇੱਕ ਸਿੰਘ ਸ਼ਹਾਦਤ ਦਾ ਜਾਮ ਪੀਂਦਾ ਹੈ ਔਰ ਮਾਈ ਭਾਗ ਕੌਰ ਜਿਹੜੀ ਆ ਬੜੀ ਹਾਲਤ ਵਿੱਚ ਉਹ ਜ਼ਖਮੀ ਵੀ ਹੋ ਜਾਂਦੀ ਹੈ ਤੇ ਗੁਰੂ ਮਹਾਰਾਜ ਜੀ ਖਦਰਾਣੇ ਦੀ ਜਿਹੜੀ ਢਾਬ ਹੈ ਉੱਥੋਂ ਤੀਰਾਂ ਦੀ ਵਰਖਾ ਵੀ ਕਰਦੇ ਰਹੇ ਆ। ਪਰ ਜਦੋਂ ਅੱਤ ਦੀ ਗਰਮੀ ਆ ਦਿਨ ਗਰਮੀ ਦੇ ਹੀ ਨੇ ਨਾ, ਵਜ਼ੀਰ ਖਾਨ ਦੇ ਸਿਪਾਹੀਆਂ ਦੇ ਗਲ ਸੁੱਕਣੇ ਸ਼ੁਰੂ ਹੋ ਗਏ, ਪਿਆਸ ਲੱਗੀ, ਪਾਣੀ ਕੋਈ ਨਾ ਮਿਲਿਆ ਤੇ ਫਿਰ ਆਖਿਆ ਵੀ ਪਾਣੀ ਮਿਲੇਗਾ ਤੇ ਪਿਛਾਂ ਨੂੰ ਜਾਣਾ ਪੈਣਾ ਹੈ, ਜੇ ਅਗਾਂਹ ਜਾਓਗੇ ਤੇ ਤੁਹਾਨੂੰ ਕਈ ਕੋ ਜਾਣਾ ਪਏਗਾ ਤੇ ਜੇ ਪਿਛਾਂ ਨੂੰ ਮੁੜ ਜਾਓਗੇ ਤੇ ਪਾਣੀ ਮਿਲ ਜਾਏਗਾ ਪੀਣ ਵਾਸਤੇ। ਹੁਣ ਇਹ ਵਜ਼ੀਰ ਖਾਨ ਦੀ ਫੌਜ ਪਿੱਛੇ ਨੂੰ ਮੁੜਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇੱਥੇ ਆਉਂਦੇ ਨੇ, ਹਰ ਇੱਕ ਆਪਣੇ ਸਿੰਘ ਨੂੰ ਲਹੂ ਲੁਹਾਨ ਵੇਖਿਆ, ਸ਼ਹਾਦਤਾਂ ਦੇ ਜਾਮ ਇਹਨਾਂ ਨੇ ਪੀਤੇ ਆ। ਗੁਰੂ ਸਾਹਿਬ ਜੀ ਅੱਜ ਮਾਂ ਤੇ ਪਿਤਾ ਦਾ ਰੂਪ ਬਣ ਕੇ, ਕਿਉਂਕਿ ਬੱਚੇ ਨੂੰ ਜ਼ਖਮ ਲੱਗੇ ਤੇ ਤਕਲੀਫ ਮਾਂ ਨੂੰ ਹੁੰਦੀ ਹੈ, ਗੁਰਦੇਵ ਮਾਤਾ ਗੁਰਦੇਵ ਪਿਤਾ, ਸਤਿਗੁਰੂ ਜੀ ਨੇ ਵੀਰ ਆਸਨ ਵਿੱਚ ਬੈਠ ਕੇ ਆਪਣੇ ਪੱਟ ਦਾ ਸਰਾਣਾ ਬਣਾ ਕੇ ਸਾਹਿਬ ਨੇ ਇੱਕ ਇੱਕ ਸਿੰਘ ਦਾ ਸੀਸ ਰੱਖ ਕੇ ਤੇ ਆਪਣੇ ਕਮਰ ਕੱਸੇ ਨਾਲ ਮਹਾਰਾਜ ਨੇ ਉਹਨਾਂ ਦੇ ਮੁਖ ਸਾਫ਼ ਕੀਤੇ। ਮੁਖੜੇ ਨੂੰ ਬੜੇ ਪਿਆਰ ਨਾਲ ਸਾਫ਼ ਕਰਦੇ ਕਰਦੇ ਸਾਹਿਬ ਜੀ ਨਾਲ ਖਿਤਾਬ ਦੇਈ ਜਾਂਦੇ, ਕਹਿੰਦੇ ਇਹ ਮੇਰਾ 5000 ਸਾਹਿਬ ਕਹਿੰਦੇ ਇਹ ਮੇਰਾ 10,000 ਇਹ ਕਹਿਣ ਲੱਗੇ ਆਹ ਜਿਹੜਾ ਸਿੰਘ ਹੈ ਇਹ ਮੇਰਾ 30,000 ਸਤਿਗੁਰੂ ਇੰਨੇ ਪਿਆਰ ਵਿੱਚ ਭਿੱਜੇ ਹੋਏ ਸਨ। ਸਾਹਿਬ ਕਹਿੰਦੇ ਇਹ ਮੇਰਾ 1.25 ਲੱਖ ਇਹਨੂੰ ਕਹਿੰਦੇ ਆਹ ਮੇਰਾ ਨਵਾਬਾਂ ਦਾ ਨਵਾਬ, ਪਤਾ ਹੀ ਨਹੀਂ ਕਿੰਨੀਆਂ ਕੁ ਰਹਿਮਤਾਂ ਮਹਾਰਾਜ ਨੇ ਦਿੱਤੀਆਂ। ਚਲਦੇ ਚਲਦੇ ਭਾਈ ਮਹਾਂ ਸਿੰਘ ਕੋਲ ਆ ਗਏ, ਇਹਦਾ ਹਜੇ ਸਾਹ ਚੱਲਦਾ ਸੀ। ਕਹਿੰਦੇ ਸਾਹਿਬ ਜੀ ਨੇ ਆਪਣੇ ਪੱਟ ਦਾ ਸਰਾਣਾ ਬਣਾ ਕੇ ਸੀਸ ਭਾਈ ਮਹਾਂ ਸਿੰਘ ਦਾ ਰੱਖ ਕੇ ਤੇ ਜਦੋਂ ਲਹੂ ਨਾਲ ਭਿੱਜਿਆ ਚਿਹਰਾ ਇਹਦਾ ਸਾਫ਼ ਕੀਤਾ ਤੇ ਅੱਖਾਂ ਖੋਲੀਆਂ ਤੇ ਸਾਹਮਣੇ ਗੁਰੂ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਸਤਿਗੁਰੂ ਜੀ ਦੇ ਦੀਦਾਰ ਹੋਏ, ਅੱਖਾਂ ਭਰੀਆਂ। ਆਖਿਆ ਸਤਿਗੁਰੂ ਮਹਾਰਾਜ ਇਹ ਇੱਕ ਸੁਪਨਾ ਤਾਂ ਨਹੀਂ? ਸਤਿਗੁਰੂ ਮਹਾਰਾਜ ਕਹਿੰਦੇ ਭਾਈ ਮਹਾਂ ਸਿੰਘ ਮੰਗ ਕੀ ਮੰਗਦਾ ਹੈ? ਸਤਿਗੁਰੂ ਮਹਾਰਾਜ ਜਿਹਨੂੰ ਤੁਹਾਡੀ ਗੋਦ ਮਿਲ ਜਾਏ ਉਹਨੂੰ ਮੰਗਣ ਨੂੰ ਬਾਕੀ ਕੁਝ ਰਹਿ ਹੀ ਨਹੀਂ ਜਾਂਦਾ। ਤੁਸੀਂ ਆਪਣੀ ਗੋਦ ਵਿੱਚ ਮੇਰਾ ਸੀਸ ਰੱਖ ਦਿੱਤਾ, ਮੈਨੂੰ ਹੋਰ ਕੀ ਚਾਹੀਦਾ ਹੈ? ਸਾਹਿਬ ਕਹਿੰਦੇ ਨਹੀਂ, ਦੱਸ ਭਾਈ ਮਹਾਂ ਸਿੰਘ ਕੀ ਚਾਹੀਦਾ ਤੈਨੂੰ? ਕਹਿਣ ਲੱਗੇ ਮਹਾਰਾਜ ਜੇ ਤੁਸੀਂ ਤਰੁੱਠੇ ਹੀ ਹੋ, ਸਤਿਗੁਰੂ ਹੋਏ ਦਇਆਲ, ਤਾਂ ਸ਼ਰਧਾ ਪੂਰੀ ਹੈ, ਇੱਕ ਮੇਰੀ ਭਾਵਨਾ ਪੂਰੀ ਕਰ ਦਿਓ ਸਤਿਗੁਰੂ, ਬਸ ਟੁੱਟੀ ਹੋਈ ਨੂੰ ਗੰਢ ਦਿਓ। ਧਿਆਨ ਰੱਖਿਓ, ਆਪਾਂ ਫਿਰ ਬੇਨਤੀ ਕਰਦੇ ਹਾਂ, ਕੇਵਲ ਸੁਣਨਾ ਨਹੀਂ, ਆਪਣੇ ਆਪਣੇ ਅੰਦਰ ਝਾਤੀ ਵੀ ਮਾਰਨੀ ਆ ਕਿ ਅਸੀਂ ਕਿਹੜੇ ਆ ਜਿਹੜੇ ਗੁਰੂ ਸਾਹਿਬ ਨੂੰ ਵਿਦਾਵਾ ਦੇਈ ਬੈਠੇ ਆ। ਉਦੋਂ ਤਾਂ 40 ਸੀ, ਅੱਜ ਪਤਾ ਨਹੀਂ ਕਿੰਨੇ ਆ, ਕਿੰਨਿਆਂ ਦੇ ਰੂਪ ਵਿੱਚ ਵਿਦਾਵਾ ਦੇਈ ਬੈਠੇ ਆ ਗੁਰੂ ਸਾਹਿਬ ਨੂੰ। ਉਹਨਾਂ ਨੇ ਤੇ ਫਿਰ ਵੀ ਟੁੱਟੀ ਗੰਢਾ ਲਈ, ਸਾਡੀ ਪਤਾ ਨਹੀਂ ਟੁੱਟੀ ਕਦੋਂ ਗੰਢੀ ਜਾਣੀ ਆ। ਅਸੀਂ ਵੀ ਅਰਦਾਸਾਂ ਬੇਨਤੀਆਂ ਕਰੀਏ, ਟੁੱਟੀ ਗੰਢਣਹਾਰ ਗੋਪਾਲ ਹੇ ਦਾਤਿਆ, ਸਾਡੀ ਵੀ ਕਿਤੇ ਟੁੱਟੀ ਗੰਢੀ ਜਾਏ ਇਸ ਜਨਮ ਵਿੱਚ। ਪਤਾ ਨਹੀਂ ਪਲਟ ਕੇ ਇਹ ਜਨਮ ਮਿਲਣਾ ਕਿ ਨਹੀਂ ਮਿਲਣਾ, ਇਹ ਵਾਰੀ ਮਿਲਣੀ ਕਿ ਨਹੀਂ ਮਿਲਣੀ, ਇਹ ਮੌਕਾ ਮਿਲਣਾ ਕਿ ਨਹੀਂ ਮਿਲਣਾ, ਬਸ ਆਹ ਜਨਮ ਮਿਲਿਆ ਕਿਤੇ ਤੇਰੇ ਲੇਖੇ ਵਿੱਚ ਲੱਗ ਜਾਏ। ਭਾਈ ਮਹਾਂ ਸਿੰਘ ਨੇ ਆਖਿਆ ਮਹਾਰਾਜ ਉਹ ਟੁੱਟੀ ਗੰਢ ਦਿਓ, ਜਿਹੜਾ ਵਿਦਾਵਾ ਅਸੀਂ ਗਲਤੀ ਭੁਲੇਖੇ ਵਿੱਚ ਲਿਖ ਕੇ ਦਿੱਤਾ ਹੈ ਮਹਾਰਾਜ ਜੀ ਬਖਸ਼ ਦਿਓ। ਸਾਹਿਬ ਜੀ ਨੇ ਉਸੇ ਵੇਲੇ ਉਹ ਕਾਗਜ਼ ਵਿਦਾਵੇ ਦੇ ਰੂਪ ਵਿੱਚ ਪੜ੍ਹ ਕੇ ਮਹਾਰਾਜ ਨੇ ਆਖਿਆ ਭਾਈ ਮਹਾਂ ਸਿੰਘ ਟੁੱਟੀ ਗੰਢੀ ਗਈ, ਮਾਝੇ ਦੀ ਅੱਜ ਰੱਖ ਲਈ ਆ ਤੂੰ। ਸਾਹਿਬ ਕਹਿੰਦੇ ਟੁੱਟੀ ਤਾਂ ਗੰਢੀ ਆ, ਵਿਦਾਵਾ ਤਾਂ ਫਟ ਗਿਆ, ਪਰ ਇਸ ਤੋਂ ਇਲਾਵਾ ਦੱਸ ਤੈਨੂੰ ਕੀ ਚਾਹੀਦਾ ਹੈ? ਪਰ ਭਾਈ ਮਹਾਂ ਸਿੰਘ ਨੇ ਆਖਿਆ ਨਹੀਂ, ਬਸ ਜੋ ਮੈਨੂੰ ਚਾਹੀਦਾ ਸੀ ਉਹ ਮਿਲ ਗਿਆ, ਵਿਦਾਵਾ ਵੀ ਫਟ ਗਿਆ, ਟੁੱਟੀ ਵੀ ਗੰਢੀ ਗਈ, ਔਰ ਸਤਿਗੁਰੂ ਤੁਹਾਡੇ ਚਰਨਾਂ ਦੀ ਗੋਦ ਵੀ ਨਸੀਬ ਹੋ ਗਈ। ਉੱਥੇ ਫਿਰ ਇਹ ਸਿੰਘ ਸ਼ਹਾਦਤਾਂ ਦੇ ਜਾਮ ਪੀਂਦੇ ਆ, ਜਿਸ ਨੂੰ ਸਦਾ ਲਈ ਅਸੀਂ ਮੁਕਤਸਰ ਸਾਹਿਬ ਦੇ ਨਾਮ ਨਾਲ ਜਾਣਦੇ ਹਾਂ। ਭਾਈ ਮਾਤਾ ਮਾਈ ਭਾਗ ਕੌਰ ਜਿਹੜੀ ਜ਼ਖਮੀ ਹਾਲਤ ਵਿੱਚ ਸਾਹਿਬ ਜੀ ਨੇ ਉਸ ਵੇਲੇ ਸੰਭਾਲ ਕਰਕੇ ਮੱਲਮ ਪੱਟੀ ਜਿਹੜੀ ਸੀ ਕਰਵਾਈ, ਇਹ ਮਾਈ ਭਾਗ ਕੌਰ ਫਿਰ ਨੰਦੇੜ ਦੀ ਧਰਤੀ ਤੱਕ ਹਜੂਰ ਸਾਹਿਬ ਤੱਕ ਫਿਰ ਇਹ ਨਾਲ ਚੱਲਦੀ ਹੈ। ਸਤਿਗੁਰੂ ਮਹਾਰਾਜ ਜੀ ਦੇ ਉਹਨਾਂ ਅਨੰਤ ਸਿੰਘਾਂ ਨੂੰ ਜਿਨ੍ਹਾਂ ਨੂੰ ਆਪਾਂ 40 ਮੁਕਤਿਆਂ ਦੇ ਨਾਮ ਨਾਲ ਚੇਤੇ ਕਰਦੇ ਹਾਂ, ਉਹਨਾਂ ਨੂੰ ਅੱਜ ਸਾਡਾ ਪ੍ਰਣਾਮ ਵੀ ਹੈ, ਔਰ ਉਹਨਾਂ ਰਾਹੀਂ ਸਾਨੂੰ ਇੱਕ ਸਿੱਖਿਆ ਵੀ ਹੈ ਕਿ ਅਰਦਾਸ ਕਰੋ ਗੁਰੂ ਮਹਾਰਾਜ ਦੇ ਚਰਨਾਂ 'ਚ। ਕੱਲ ਪਤਾ ਨਹੀਂ ਸਮਾਂ ਮਿਲੇ ਕਿ ਨਾ ਮਿਲੇ, ਅੱਜ ਸਮਾਂ ਹੈ, ਅਸੀਂ ਟੁੱਟੀ ਹੋਈ ਗੰਡਾਉਣ ਵਾਸਤੇ, ਇਹ ਜਨਮ ਲੇਖੇ ਵਿੱਚ ਲਾਉਣ ਵਾਸਤੇ ਭਿੱਜ ਕੇ ਮਾਲਕ ਅੱਗੇ ਅਰਦਾਸਾਂ ਕਰੀਏ ਕਿ ਸਤਿਗੁਰੂ ਤੁਹਾਡੇ ਦਰ ਤੇ ਆਏ ਆ, ਸਾਡੇ ਤੇ ਇੱਕ ਤਰਸ ਕਰ ਦਿਓ। ਇਹ ਜਨਮ ਤੁਮਾਰੇ ਲੇਖੇ ਇਹੋ ਜਨਮ ਤੁਮਾਰੇ ਲੇਖੇ, ਜਨਮ ਤੁਮਾਰੇ ਲੇਖੇ ਇਹੋ ਜਨਮ ਤੁਮਾਰੇ ਲੇਖੇ, ਇਹੋ ਜਨਮ ਤੁਮਾਰੇ ਲੇਖੇ, ਇਹੋ ਜਨਮ ਤੁਮਾਰੇ ਲੇਖੇ, ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ। ਬਹੁਤ ਜਨਮ ਵਿਚਰੇ ਥੇ ਮਾਧੋ, ਬਹੁਤ ਜਨਮ ਵਿਚਰੇ ਥੇ ਮਾਧੋ, ਬਹੁਤ ਜਨਮ ਵਿਸਰੇ ਥੇ ਮਾਧੋ, ਬਹੁਤ ਜਨਮ ਵਿਸਰੇ ਥੇ ਮਾਧੋ। ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ, ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਕਹਿ ਰਵਿਦਾਸ ਆਸ ਲਗ ਜੀਵੋ, ਕਹਿ ਰਵਿਦਾਸ ਆਸ ਲਗ ਜੀਵੋ, ਕਹਿ ਰਵਿਦਾਸ ਆਸ ਲਗ ਜੀਵੋ। ਚਿਰ ਭਇਓ ਦਰਸ਼ਨ ਦੇਖੇ, ਚਿਰ ਭਇਓ ਦਰਸ਼ਨ ਦੇਖੇ, ਚਿਰ ਭਇਓ ਦਰਸ਼ਨ ਦੇਖੇ, ਚਿਰ ਭਇਓ ਦਰਸ਼ਨ ਦੇਖੇ। ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ। ਅਰਦਾਸ ਕਰੀਏ ਗੁਰੂ ਪਾਤਸ਼ਾਹ ਜੀ ਰਹਿਮਤ ਵਰਤਾਉਣ। ਇਸੇ ਤਰ੍ਹਾਂ ਗੁਰੂ ਚਰਨਾਂ 'ਚ ਜੁੜ ਕੇ ਨਾਮ ਬਾਣੀ ਦਾ ਅਭਿਆਸ ਕਰਦੇ ਹਾਂ, ਅੰਮ੍ਰਿਤ ਵੇਲੇ ਨਿਤਨੇਮ ਦੀ ਬਾਣੀਆਂ ਦਾ ਅਭਿਆਸ ਕਰਦੇ ਹਾਂ। ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ, ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।